ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੰਘੂ ਬਾਰਡਰ ਤੇ ਜਿਹੜੀ ਬੇਅਦਬੀ ਦੀ ਘਟਨਾ ਵਾਪਰੀ ਆ, ਉਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਬੇਅਦਬੀ ਦੇ ਦੋਸ਼ੀ ਨੂੰ ਮੌਕੇ ਤੇ ਸੋਧਿਆ ਤੇ ਉਸ ਤੋਂ ਬਾਅਦ ਕਾਫੀ ਇਸ ਘਟਨਾ ਦੇ ਉੱਪਰ ਕਿੰਤੂ ਪਰੰਤੂ ਸ਼ੁਰੂ ਹੋਏ, ਜਿਹਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਹਰਜਿੰਦਰ ਸਿੰਘ ਦਲਗੀਰ ਵੱਲੋਂ ਕੋਈ ਸਵਾਲ ਆਏ ਕਿ ਜਿਸ ਗ੍ਰੰਥ ਦੀ ਬੇਅਦਬੀ ਕੀਤੀ ਗਈ, ਸਰਬਲੋ ਗ੍ਰੰਥ ਦੀ, ਉਹ ਗ੍ਰੰਥ ਜਿਹੜਾ ਆ ਉਹ ਗੁਰੂ ਦੀ ਕ੍ਰਿਤ ਨਹੀਂ ਆ। ਤੇ ਕਾਫੀ ਜਿਹੜੀ ਸਿੱਖ ਜਗਤ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇੱਕ ਦੁਚਿੱਤੀ ਜਿਹੜੀ ਬਣਾਈ ਗਈ ਆ। ਤੇ ਅੱਜ ਅਸੀਂ ਪਹੁੰਚੇ ਆ ਬੁੰਗਾ ਸਰਬਲੋ ਨੰਗਲੀ ਦੇ ਸੰਚਾਲਕ ਸਿੱਖ ਕੌਮ ਦੇ ਉੱਗੇ ਵਿਦਵਾਨ ਗਿਆਨੀ ਗੁਰਿੰਦਰ ਸਿੰਘ ਨੰਗਲੀ ਜੀ ਕੋਲ। ਉਹਨਾਂ ਵੱਲੋਂ ਹੁਣ ਤੱਕ ਸਰਬਲੋ ਗ੍ਰੰਥ ਦੀ 10 ਵਾਰ ਕਥਾ ਕੀਤੀ ਜਾ ਚੁੱਕੀ ਆ ਤੇ 11ਵੀਂ ਵਾਰ ਉਹ ਕਥਾ ਕਰ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਜਿਹੜਾ ਸਵਾਲ ਮੀਡੀਆ ਦੇ ਵਿੱਚ ਆ ਰਿਹਾ ਕਿ ਜੋ ਸਰਬਲੋ ਗ੍ਰੰਥ ਆ ਉਹ ਗੁਰੂ ਦੀ ਕ੍ਰਿਤ ਨਹੀਂ ਆ, ਇਹਦੇ ਬਾਰੇ ਤੁਸੀਂ ਜਿਹੜਾ ਸੰਗਤ ਨੂੰ ਚਾਨਣਾ ਪਾਓ ਜੀ। ਸਰਬਲੋ ਗ੍ਰੰਥ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਜੀਮ ਰਚਨਾ ਹੈ ਅਤੇ ਸਾਰਾ ਹੀ ਗੁਰੂ ਕਾ ਪੰਥ ਖਾਲਸਾ ਇਸ ਰਚਨਾ ਨੂੰ ਸਤਿਗੁਰੂ ਸਾਹਿਬ ਜੀ ਦੀ ਕ੍ਰਿਤ ਜਾਣ ਕਰਕੇ ਸਤਿਕਾਰ ਦਿੰਦਾ ਹੈ। ਗੁਰੂ ਕਾਲ ਤੋਂ ਲੈ ਕਰਕੇ ਅੱਜ ਤੱਕ ਇਸ ਗ੍ਰੰਥ ਨੂੰ ਪ੍ਰਕਾਸ਼ ਕਰਨ ਦੀ, ਇਸ ਗ੍ਰੰਥ ਨੂੰ ਪਠਨ ਪਾਠਨ ਕਰਨ ਦੀ ਜੋ ਮਰਿਆਦਾ ਹੈ ਉਹ ਗੁਰੂ ਕੇ ਪੰਥ ਖਾਲਸੇ ਵਿੱਚ ਪ੍ਰਜਵਲਿਤ ਰਹੀ ਹੈ। ਅੱਜ ਕੱਲ੍ਹ ਇਸ ਗ੍ਰੰਥ ਦੇ ਉੱਪਰ ਕਿੰਤੂ ਉਵੇਂ ਉਠਾਏ ਜਾ ਰਹੇ ਨੇ ਜਿਵੇਂ ਕੁਝ ਕੁ ਸਮਾਂ ਪਹਿਲਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕਿੰਤੂ ਉਠਾਏ ਗਏ ਸਨ। ਸਿੱਖ ਪੰਥ ਦੀ ਇਹ ਤਰਾਸ਼ਗੀ ਰਹੀ ਹੈ ਕਿ ਸਿੱਖ ਪੰਥ ਦੇ ਵਿਦਵਾਨ ਏਜੰਸੀਆਂ ਦੁਆਰਾ ਖਰੀਦੇ ਜਾਂਦੇ ਨੇ। ਕਦੇ ਉਹ ਦਸਮ ਬਾਣੀ ਦੇ ਉੱਪਰ ਕਿੰਤੂ ਉਛਾਲਦੇ ਨੇ, ਕਦੇ ਉਹ ਨਿਤਨੇਮ ਦੀਆਂ ਗੁਰਬਾਣੀਆਂ ਉੱਪਰ ਕਿੰਤੂ ਕਰਦੇ ਨੇ, ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗਮਾਲਾ, ਕਦੇ ਭੱਟਾਂ ਦੀ ਬਾਣੀ, ਕਦੇ ਭਗਤਾਂ ਦੀ ਬਾਣੀ ਤੇ ਕਦੇ ਗੁਰੂ ਕੇ ਪੰਥ ਖਾਲਸੇ ਦੀ ਮਰਿਆਦਾ ਦੇ ਉੱਪਰ ਉਹ ਉਟੰਗਣ ਉਠਾਉਂਦੇ ਹਨ। ਇਸੇ ਹੀ ਤਰੀਕੇ ਦੇ ਨਾਲ ਅੱਜ ਸਰਬਲੋ ਜੋ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਹੈ ਉਹਦੇ ਉੱਪਰ ਵੀ ਉਟੰਗਣ ਉਠਾਏ ਜਾ ਰਹੇ ਹਨ। ਸੋ ਸਾਰਾ ਹੀ ਗੁਰੂ ਕਾ ਪੰਥ ਖਾਲਸਾ ਇਸ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਰਚਨਾ ਮੰਨਦਾ ਹੈ। ਬਾਬਾ ਜੀ, ਇਸ ਗ੍ਰੰਥ ਦੀ ਜਿਹੜੀ ਰਚਨਾ ਆ ਉਹ ਕਦੋਂ ਤੇ ਕਿੱਥੇ ਹੋਈ ਆ? ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਗ੍ਰੰਥ ਦੀ ਰਚਨਾ ਕੁਝ ਕੁ ਆਨੰਦਪੁਰ ਸਾਹਿਬ ਦੀ ਧਰਤੀ ਉੱਪਰ ਕੀਤੀ, ਕੁਝ ਕੁ ਰਚਨਾ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਉੱਪਰ, ਕੁਝ ਕੁ ਰਚਨਾ ਸ਼੍ਰੀ ਦਮਦਮਾ ਸਾਹਿਬ ਅਤੇ ਸੰਪੂਰਨਤਾ ਦਾ ਜੋ ਟਿੱਕਾ ਹੈ ਉਹ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਉੱਪਰ ਕਲਗੀਧਰ ਪਾਤਸ਼ਾਹ ਜੀ ਨੇ ਦਿੱਤਾ ਹੈ। ਕਿਉਂਕਿ ਜਦੋਂ ਆਪਾਂ ਇਸ ਗ੍ਰੰਥ ਨੂੰ ਪੜ੍ਹਦੇ ਹਾਂ, 40 ਨਾਰੇ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ, ਇਹ ਮੁਕਤਸਰ ਸਾਹਿਬ ਦਾ ਮਹਾਰਾਜ ਸਾਹਿਬ ਜੀ ਵਰਣਨ ਕਰਦੇ ਨੇ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਵੇਂ ਕਿਸਾਨ ਕਣਕ ਵੱਢਦੇ ਨੇ ਤੇ ਉਹ ਕਣਕ ਦੇ 2 ਗੋਦਾਮ ਬਣਾਉਂਦੇ ਨੇ। ਇੱਕ ਉਹ ਗੋਦਾਮ ਜੋ ਸਾਲ ਭਰ ਕਣਕ ਖਾਣੀ ਹੈ, ਇੱਕ ਉਹ ਬੀਜ ਰੱਖ ਲੈਂਦੇ ਨੇ ਕਿ ਜਦੋਂ ਮੌਕਾ ਆਵੇਗਾ ਦੂਸਰੀ ਵਾਰ ਤੇ ਖੇਤਾਂ ਵਿੱਚ ਉਹ ਬੀਜ ਲਵਾਂਗੇ। ਮਹਾਰਾਜ ਕਲਗੀਧਰ ਜੀ ਬਚਨ ਕਰਦੇ ਨੇ ਵੀ ਜਿਹੜੇ ਮੁਕਤਸਰ ਸਾਹਿਬ ਦੇ ਵਿੱਚ 40 ਗੁਰੂ ਕੇ ਸਿੱਖ ਸ਼ਹੀਦ ਹੋਏ ਨੇ ਉਹ ਗੁਰੂ ਕੇ ਪੰਥ ਖਾਲਸੇ ਦਾ ਬੀਜ ਹੈ। ਗੁਰੂ ਕੇ ਖਾਲਸੇ ਨੇ ਪਹਿਲੀ ਗੱਲ ਤੇ ਮੁੱਕਣਾ ਨਹੀਂ। ਜੇ ਕਿਤੇ ਜੋਤ ਮੱਧਮ ਪੈਂਦੀ ਵੇਖਾਂਗੇ ਤੇ ਉਹਨਾਂ ਵਿੱਚੋਂ ਇੱਕ ਅੱਧੇ ਨੂੰ ਭੇਜ ਕੇ ਫਿਰ ਗੁਰੂ ਕੇ ਪੰਥ ਖਾਲਸੇ ਦੀ ਜੋਤ ਨੂੰ ਸੁਰਜੀਤ ਕਰ ਲਵਾਂਗੇ। ਅਤੇ ਸ਼੍ਰੀ ਦਮਦਮੇ ਸਾਹਿਬ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਗਏ ਨੇ ਤੇ ਮਾਤਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਸਾਡੇ ਲਾਲ ਕਿੱਥੇ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਉਹ ਤੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ ਤੇ ਅਸਾਂ ਨੇ ਗੁਰੂ ਕੇ ਪੰਥ ਖਾਲਸੇ ਨੂੰ ਆਪਣਾ ਪੁੱਤਰ, ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ਹੈ ਚਮਕੌਰ ਸਾਹਿਬ ਦੀ ਧਰਤੀ ਉੱਪਰ। ਤਾਂ ਮਾਤਾਵਾਂ ਨੇ ਕਿਹਾ ਮੋਹ ਵਸ ਹੋ ਕਰਕੇ ਵੀ ਜਿਹੜੀ ਚੀਜ਼ ਸਾਡੇ ਪੁੱਤਰਾਂ ਦੀ ਸੀ ਉਹ ਖਾਲਸੇ ਨੂੰ ਦੇ ਦਿੱਤੀ ਹੈ, ਪੁੱਤਰਾਂ ਦੇ ਨਾਲ ਤੇ ਤੁਸਾਂ ਨੇ ਅਨਿਆਈ ਜੀ ਕੀਤੀ ਹੈ। ਤੇ ਮਹਾਰਾਜ ਨੇ ਕਿਹਾ ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਪ੍ਰੇ, ਪੰਚਮ ਖਾਲਸਾ ਸਤਿਗੁਰ ਪੂਰਾ, ਜਿਨੇ ਪੰਥ ਸੋ ਪੰਥ ਪ੍ਰਗਟੇ। ਮਹਾਰਾਜ ਕਹਿੰਦੇ ਭਾਵੇਂ 4 ਲਾਲ ਸਾਨੂੰ ਪਿਆਰੇ ਨੇ ਪਰ ਜਿਹੜੀ ਸਤਿਗੁਰੂ ਦੀ ਪਦਵੀ ਹੈ ਉਹ ਪੰਜ ਪ੍ਰਧਾਨ ਅਸਾਂ ਗੁਰੂ ਕੇ ਖਾਲਸੇ ਨੂੰ ਹੀ ਦਿੱਤੀ ਹੈ।
ਜਿਨ੍ਹਾਂ ਨੇ ਇਹ ਪੰਥ ਖਾਲਸਾ ਪ੍ਰਗਟ ਕੀਤਾ ਹੈ। ਭਾਵਨਾ ਵਸ ਹੋ ਕਰਕੇ ਇਹਨਾਂ ਤੁਕਾਂ ਦੇ ਅਰਥ ਸੰਪਰਦਾ ਵਿੱਚ ਵਿਦਵਾਨ ਪੁਰਖ ਇੱਦਾਂ ਵੀ ਕਰਦੇ ਨੇ ਕਿ ਜਿੱਥੇ ਰੱਬ ਦੀ ਦਰਗਾਹ ਹੈ ਨਾ, ਉੱਥੇ ਪੰਜਾਂ ਪਿਆਰਿਆਂ ਦਾ ਦਰਬਾਰ ਹੈ। ਜਦੋਂ ਕੋਈ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਜਾਂਦਾ ਹੈ, ਉਹਦੀ ਪੇਸ਼ੀ ਧਰਮ ਰਾਜੇ ਕੋ ਨਹੀਂ ਹੁੰਦੀ, ਉਹਦੀ ਪੇਸ਼ੀ ਪੰਜਾਂ ਪਿਆਰਿਆਂ ਦੇ ਦਰਬਾਰ ਵਿੱਚ ਹੁੰਦੀ ਹੈ। ਤੇ ਉਹ ਦਰਬਾਰ ਵਿੱਚ ਪੰਜ ਪਿਆਰੇ ਕਿਹੜੇ ਨੇ? ਚਾਰ ਸਾਹਿਬਜ਼ਾਦੇ ਤੇ ਪੰਜਵਾਂ ਗੁਰੂ ਕਾ ਪੰਥ ਖਾਲਸਾ। ਇਹ ਪੰਜ ਪਿਆਰੇ ਉਹ ਦਰਬਾਰ ਦੇ ਵਿੱਚ ਰਹਿੰਦੇ ਹਨ। ਤੋ ਮਹਾਰਾਜ ਜੀ ਕਹਿਣ ਲੱਗੇ ਮਤਾਵਾਂ ਨੂੰ ਕਿ ਤੁਹਾਡੇ ਪੁੱਤਰਾਂ ਨੂੰ ਅਸਾਂ ਨੇ ਦਰਗਾਹ ਦਾ ਰਾਜ ਬਖਸ਼ਿਆ ਹੈ। ਐਸੇ ਭਾਵਨਾ ਦੇ ਨਾਲ, ਭਾਵਨਾ ਦੇ ਵਹਿਣ ਵਿੱਚ ਵਹਿ ਕਰਕੇ ਗੁਰੂ ਕੇ ਸਿੱਖ ਅਰਥ ਕਰਦੇ ਨੇ। ਸੰਪੂਰਨਤਾ ਦਾ ਜਿਹੜਾ ਟਿੱਕਾ ਹੈ ਉਹ ਫਿਰ ਮਹਾਰਾਜ ਨੇ ਨੰਦੇੜ ਦੀ ਧਰਤੀ ਉੱਪਰ ਜਾ ਕੇ ਦਿੱਤਾ। ਸਿੱਖ ਪੰਥ ਦੇ ਮਹਾਨ ਵਿਦਵਾਨ, ਮਹਾਨ ਬ੍ਰਹਮ ਵੇਤੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ 27 ਕਥਾਵਾਂ ਕੀਤੀਆਂ ਅਤੇ ਉਹਨਾਂ ਨੇ ਇੱਕ ਗ੍ਰੰਥ ਗੁਰੂ ਕੇ ਪੰਥ ਖਾਲਸੇ ਦੀ ਝੋਲੀ ਵਿੱਚ ਪਾਇਆ, ਜਿਹਦਾ ਨਾਮ ਹੈ ਗੁਰਮੁਖ ਪ੍ਰਕਾਸ਼। ਉਹ ਗ੍ਰੰਥ ਵਿੱਚ 10 ਪਾਤਸ਼ਾਹੀਆਂ ਦਾ ਜੀਵਨ ਹੈ ਤੇ ਨਾਲ ਹੀ ਗੁਰੂ ਕੇ ਪੰਥ ਖਾਲਸੇ ਦਾ, ਤੇ ਉਹਦੇ ਵਿੱਚ ਮਹਾਂਪੁਰਸ਼ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲਿਆਂ ਦਾ ਜੀਵਨ ਉਹਨਾਂ ਨੇ ਛੰਦਾਬੰਦੀ ਵਿੱਚ ਲਿਖਿਆ ਹੈ। ਉਹ ਗ੍ਰੰਥ ਵਿੱਚ ਹੀ ਉਹਨਾਂ ਨੇ ਲਿਖਿਆ ਹੈ ਵੀ 9 ਨੰਦਾਂ ਦੇ ਕੋਲੋਂ ਆਪਣੀ ਅਮਾਨਤ ਨੂੰ ਕਲਗੀਧਰ ਪਾਤਸ਼ਾਹ ਨੇ ਲਿਆ ਤੇ ਸਰਬਲੋ ਬਾਣੀ ਰਚੀ ਜੋ ਅਬਰਾਮ ਹੈ, ਕਿ ਨੰਦੇੜ ਦੀ ਧਰਤੀ ਉੱਪਰ ਸਰਬਲੋ ਗ੍ਰੰਥ ਦੀ ਰਚਨਾ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕੀਤੀ। ਸਾਡੇ ਵਿਦਿਆ ਦਾਤੇ ਸੰਤ ਗਿਆਨੀ ਹਰਦੀਪ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਸ਼, ਉਹ ਕਿਹਾ ਕਰਦੇ ਸੀ ਵੀ ਜਿਹੜਾ ਸੰਪੂਰਨਤਾ ਦਾ ਟਿੱਕਾ ਹੈ ਨਾ ਸਰਬਲੋ ਗ੍ਰੰਥ ਨੂੰ, ਉਹ ਨੰਦੇੜ ਦੀ ਧਰਤੀ ਉੱਪਰ ਪ੍ਰਾਪਤ ਹੋਇਆ ਹੈ। ਅਤੇ ਮਹਾਂਪੁਰਸ਼ ਬਾਬਾ ਸੰਤਾ ਸਿੰਘ ਜੀ 96 ਕਰੋੜੀ ਮਹਾਂਪੁਰਸ਼, ਮਾਤਾ ਸਾਹਿਬ ਦੇਵਾਂ ਦੇ ਸਥਾਨ ਦੇ ਉੱਪਰ ਰਹਿਣ ਵਾਲੇ ਮਹਾਂਪੁਰਖ ਬਾਬਾ ਮਿੱਤ ਸਿੰਘ ਸਾਹਿਬ ਜੀ, ਇਤਿਆਦਿਕ ਹੋਰ ਜਿਹੜੇ ਮਹਾਂਪੁਰਖ ਹੋਏ ਨੇ, ਜਾਂ ਅਜੋਕੇ ਸਮੇਂ ਦੇ ਮਹਾਨ ਵਿਦਵਾਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਮਹਾਂਪੁਰਸ਼, ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਮਹਾਂਪੁਰਸ਼, ਉਹਨਾਂ ਸਾਰਿਆਂ ਮਹਾਂਪੁਰਖਾਂ ਦੀ ਇਹ ਸੰਮਤੀ ਹੈ ਕਿ ਸਰਬਲੋ ਗ੍ਰੰਥ ਦੀ ਜਿਹੜੀ ਸੰਪੂਰਨਤਾ ਹੈ ਇਹ ਨੰਦੇੜ ਦੀ ਧਰਤੀ ਦੇ ਉੱਪਰ ਹੋਈ ਹੈ। ਇਹ ਬਾਬਾ ਜੀ ਖਾਲਸਾਈ ਵਿਰਾਸਤ ਦੇ ਵਿੱਚ ਜਾਂ ਨਿਤਨੇਮ ਦੇ ਵਿੱਚ, ਜਿਵੇਂ ਬਾਣੀਆਂ ਦਸਮ ਦੀ ਬਾਣੀ, ਆਦਿ ਗ੍ਰੰਥ ਦੀ ਬਾਣੀ ਨਿਤਨੇਮ 'ਚ ਸ਼ਾਮਲ ਆ, ਇਵੇਂ ਖਾਲਸਾਈ ਵਿਰਾਸਤ ਦੇ ਵਿੱਚ ਕਿੱਥੇ ਕਿੱਥੇ ਬਾਣੀ ਜਿਹੜੀ ਸਰਬਲੋ ਗ੍ਰੰਥ ਦੀ ਪੜ੍ਹੀ ਜਾਂਦੀ ਆ? ਹਾਂਜੀ, ਜਿਵੇਂ ਨਿਤਨੇਮ ਦੇ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵੀ ਪੜ੍ਹੀ ਜਾਂਦੀ ਹੈ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵੀ ਪੜ੍ਹੀ ਜਾਂਦੀ ਹੈ। ਜਪਜੀ ਸਾਹਿਬ, ਜਾਪ ਸਾਹਿਬ ਸਾਡੇ ਕੋਲ ਬਹੁਤ ਵੱਡੀ ਉਦਾਹਰਨ ਹੈ। ਜਿੱਥੇ ਗੁਰੂ ਕਾ ਪੰਥ ਖਾਲਸਾ ਜਪਜੀ ਸਾਹਿਬ ਨੂੰ ਮਾਣ ਦਿੰਦਾ ਹੈ, ਉੱਥੇ ਜਾਪ ਸਾਹਿਬ ਨੂੰ ਦਿੰਦਾ ਹੈ। ਇਸੇ ਤਰ੍ਹਾਂ ਜੋ ਸਰਬਲੋ ਪ੍ਰਕਾਸ਼ ਗ੍ਰੰਥ ਦੀ ਬਾਣੀ ਹੈ, ਉਹ ਵੀ ਨਿਤਨੇਮ ਦੇ ਵਿੱਚ ਪੜ੍ਹੀ ਜਾਂਦੀ ਹੈ। ਗੁਰੂ ਖਾਲਸੇ ਦੇ ਵਿੱਚ ਅਕਾਲ ਉਸਤਤ ਦਾ ਨਿਤਨੇਮ ਹੁੰਦਾ ਹੈ ਤੇ ਅਕਾਲ ਉਸਤਤ ਦੇ ਸ਼ੁਰੂਆਤ ਵਿੱਚ ਆਉਂਦਾ ਅਕਾਲ ਪੁਰਖ ਕੀ ਰਛਾ ਅਮਨੈ, ਸਰਬਲੋ ਦੀ ਰਛਾ ਅਮਨੈ, ਸਰਬਕਾਲ ਜੀ ਦੀ ਰਛਾ ਅਮਨੈ, ਸਰਬਲੋ ਜੀ ਦੀ ਸਦਾ ਰਛਾ ਅਮਨੈ। ਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਮਹਾਰਾਜ ਕਲਗੀਧਰ ਕਹਿੰਦੇ ਅਕਾਲ ਉਸਤਤ ਕੇ ਆਦ ਸਲੋਕ ਜੇ ਸਰਬਲੋ ਕੀ ਰਚਿਆ। ਮਾਰੇ ਕਹਿੰਦੇ ਅਕਾਲ ਉਸਤਤ ਦੇ ਵਿੱਚ ਜਿਹੜੇ ਇਹ 4 ਤੁਕਾਂ ਆਉਂਦੀਆਂ ਨਾ, ਇਹ ਮੰਤਰ ਆਉਂਦਾ ਹੈ, ਉਹਦਾ ਅਸਾਂ ਨੇ ਵਿਖਿਆਨ ਕੀਤਾ ਹੈ। ਸਰਬਲੋ ਗ੍ਰੰਥ ਦਾ ਬੀਜ ਮੰਤਰ ਅਕਾਲ ਉਸਤਤ ਦੇ ਮੋਹਰੇ ਆਉਂਦੀਆਂ 4 ਤੁਕਾਂ ਨੇ, ਤੇ ਉਹ ਅਕਾਲ ਉਸਤਤ ਦਾ ਨਿਤਨੇਮ ਜਦੋਂ ਗੁਰੂ ਕੇ ਪੰਥ ਖਾਲਸੇ ਵਿੱਚ ਹੁੰਦਾ ਹੈ ਤਾਂ ਸ਼ੁਰੂ ਵਿੱਚ ਜੋ ਸਰਬਲੋ ਗ੍ਰੰਥ ਦਾ ਬੀਜ ਮੰਤਰ ਆਉਂਦਾ ਹੈ, ਉਹਦਾ ਨਿਤਨੇਮ ਵੀ ਹੁੰਦਾ ਹੈ। ਔਰ ਖਾਲਸੇ ਦੀ ਵਿਰਾਸਤ ਦੇ ਵਿੱਚ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਇਹ ਜਿਹੜੇ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਆਉਂਦੇ ਨੇ। ਜਿਹੜੇ ਸਰਬਲੋ ਗ੍ਰੰਥ ਦਾ ਖੰਡਨ ਕਰਦੇ ਨੇ, ਫਿਰ ਉਹ ਕਲਗੀਧਰ ਪਾਤਸ਼ਾਹ ਵੱਲੋਂ ਜੋ ਇਹ ਖਾਲਸੇ ਦਾ ਸਤੋਤਰ ਲਿਖਿਆ ਗਿਆ, ਉਹਦਾ ਵੀ ਉਹ ਆਪਣੇ ਆਪ ਹੀ ਖੰਡਨ ਕਰੀ ਜਾਂਦੇ ਨੇ। ਮਹਾਰਾਜ ਕਲਗੀਧਰ ਜੀ ਨੇ ਵਾਹਿਗੁਰੂ ਗੁਰਮੰਤਰ ਬਾਰੇ ਵਿਖਿਆਨ, ਕਿਉਂਕਿ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਨੇ, ਤੋ ਗੁਰੂ ਸਾਹਿਬਾਨਾਂ ਨੇ ਵਾਹਿਗੁਰੂ ਗੁਰਮੰਤਰ ਬਾਰੇ ਕੋਈ ਗੱਲ ਨਹੀਂ ਕੀਤੀ। ਭੱਟਾਂ ਨੇ ਜਾ ਕਰਕੇ ਸਵਈਆਂ ਵਿੱਚ ਵਾਹਿਗੁਰੂ ਗੁਰਮੰਤਰ ਬਾਰੇ ਜ਼ਰੂਰ
ਉਸਤਤ ਕੀਤੀ ਹੈ, ਉਹਨਾਂ ਨੇ ਗੁਰਮੰਤਰ ਦੀ ਗੱਲ ਉੱਥੇ ਰੱਖੀ ਹੈ। ਗੁਰਮੰਤਰ ਦੀ ਜਿਹੜੀ ਵਿਆਖਿਆ ਹੈ ਜਾਂ ਗੁਰਮੰਤਰ ਦਾ ਸਤੋਤਰ ਹੈ ਜਾਂ ਗੁਰਮੰਤਰ ਦੀ ਮਹਾਨਤਾ ਹੈ, ਇਤਿਹਾਸਕ ਗ੍ਰੰਥਾਂ ਵਿੱਚ ਸਾਨੂੰ ਬਹੁਤ ਮਿਲਦੀ ਹੈ, ਪਰ ਗੁਰੂ ਮੁਖ ਤੋਂ ਜੇ ਗੁਰਮੰਤਰ ਦੀ ਉਥਾਨਕਾ, ਗੁਰਮੰਤਰ ਦਾ ਵਿਖਿਆਨ, ਗੁਰਮੰਤਰ ਦਾ ਸਤੋਤਰ, ਗੁਰਮੰਤਰ ਦੇ ਅਰਥ ਦੇਖਣੇ ਹੋਣ, ਉਹ ਸਾਨੂੰ ਸਰਬਲੋ ਗ੍ਰੰਥ ਵਿੱਚੋਂ ਪ੍ਰਾਪਤ ਹੁੰਦੇ ਹਨ। ਔਰ 10 ਗੁਰੂਆਂ ਦੀ ਗੁਰਤਾ ਗੱਦੀ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਤਾ ਗੱਦੀ ਦੀ ਗੱਲ ਨਹੀਂ ਹੈ। ਜੇ ਕੋਈ ਕਵੇ ਕਿ ਗੁਰੂ ਨਾਨਕ ਸਾਹਿਬ ਹੋਏ ਨੇ, 5 ਪਾਤਸ਼ਾਹੀਆਂ ਦੇ ਨਾਮ, ਨਾਵੇਂ ਗੁਰਦੇਵ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਤੇ ਜੇ ਆਪਾਂ ਸਰਬਲੋ ਗ੍ਰੰਥ ਨੂੰ ਵੇਖੀਏ ਤਾਂ ਗੁਰੂਆਂ ਦਾ ਗੁਰਗਾਦੀ ਨਾਮਾ, ਜਦੋਂ ਮਹਾਰਾਜ ਕਲਗੀਧਰ ਜੀ ਨੰਦੇੜ ਗਏ ਹੈ, ਇਹ ਗ੍ਰੰਥ ਲਿਖਵਾ ਰਹੇ ਸਨ, ਤਾਂ ਹਜ਼ੂਰ ਸਾਹਿਬ ਦੇ ਸਿੱਖਾਂ ਨੇ ਮਹਾਰਾਜ ਦੇ ਚਰਨਾਂ 'ਚ ਅਰਜ਼ੋਈ ਕੀਤੀ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਆਏ ਬਿਦਰ ਦੀ ਤਰਫ, ਸਾਡੇ ਪੁਰਖਿਆਂ ਨੇ, ਵਡੇਰਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਅਸਾਂ ਨੇ ਤੁਹਾਡੇ ਦਰਸ਼ਨ ਦੇਖੇ ਹਨ। ਜਿਹੜੇ ਵਿਚਲੇ ਗੁਰਦੇਵ ਹੋਏ ਨੇ ਉਹਨਾਂ ਬਾਰੇ ਸਾਨੂੰ ਪਤਾ ਕੋਈ ਨਹੀਂ। ਆਪ 10ਵੀਂ ਜੋਤ ਪਹਿਲੇ ਦੇ ਦਰਸ਼ਨ ਅਸਾਂ ਨੇ ਡਿਠੇ ਨੇ। ਆਪ ਜੀ ਕਿਰਪਾ ਕਰਕੇ ਉਹਨਾਂ ਦਾ ਨਾਮ ਮਾਲਾ, ਉਹਨਾਂ ਦੇ ਨਾਮਾਂ ਦਾ ਵਰਣਨ, ਉਹਨਾਂ ਨੇ ਜੋ ਜੋ ਜੀਵਨ ਕੌਤਕ ਕੀਤੇ, ਮਹਾਰਾਜ ਸਾਹਿਬ ਜੀ ਪਰਚੀ ਮਾਤਰ ਦੱਸੋ। ਤਾਂ ਗੁਰੂ ਗਰੀਬ ਨਵਾਜ ਜੀ ਨੇ ਸਵਈਆਂ ਦੇ ਵਿੱਚ ਉਹਨਾਂ ਸਤਿਗੁਰੂ ਸਾਹਿਬਾਨਾਂ ਦੇ ਜਿਹੜੇ ਨਾਮ ਨੇ, ਤੇ ਉਹਨਾਂ ਗੁਰੂਆਂ ਨੇ ਜੋ ਜੋ ਆਪਣੇ ਜੀਵਨ ਦੇ ਵਿੱਚ ਵਿਸ਼ੇਸ਼ ਕਾਰਜ ਕੀਤੇ, ਇੱਕ ਇੱਕ ਤੁਕ ਵਿੱਚ ਪਰੋ ਕਰਕੇ ਇੱਕ ਇੱਕ ਗੁਰਦੇਵ ਬਾਰੇ ਲਿਖਿਆ। ਇਹ ਇੱਕ ਅਸਾਂ ਨੇ ਕਿਤਾਬ ਲਿਖੀ ਹੈ ਤੇ ਇਹਦੇ ਦਰਸ਼ਨ ਕਰਵਾ ਦਿਓ। ਖਾਲਸਾ ਪੰਥ ਪ੍ਰਕਾਸ਼, ਇੱਕ ਪੰਥ ਪ੍ਰਕਾਸ਼ ਹੈ ਪ੍ਰਾਚੀਨ ਰਤਨ ਸਿੰਘ ਭੰਗੂ ਦਾ ਲਿਖਿਆ, ਇੱਕ ਗਿਆਨੀ ਗਿਆਨ ਸਿੰਘ ਦਾ। ਸਭ ਤੋਂ ਪਹਿਲਾ ਜਿਹੜਾ ਪੰਥ ਪ੍ਰਕਾਸ਼ ਹੈ ਉਹ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਕਿਉਂਕਿ ਜਿੱਥੇ 10 ਪਾਤਸ਼ਾਹੀਆਂ ਜੀ ਦੇ ਨਾਮਾਂ ਦਾ ਵਰਣਨ ਹੈ, ਜਾਂ ਵਾਹਿਗੁਰੂ ਗੁਰਮੰਤਰ ਦੀ ਸਤੁਤੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਗੱਲ ਹੈ, ਉੱਥੇ ਮਹਾਰਾਜ ਨੇ ਲਿਖਿਆ ਇਤ ਸ੍ਰੀ ਪੰਥ ਪ੍ਰਕਾਸ਼। ਮਹਾਰਾਜ ਨੇ ਅੰਤਕਾ ਵਿੱਚ ਪੰਥ ਪ੍ਰਕਾਸ਼ ਸ਼ਬਦ ਵਰਤਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਗੱਲ ਕਰਦੇ ਹਾਂ ਤਾਂ ਇੱਕ ਆਪਾਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੰਪਰਦਾ ਵਾਲੇ ਵਿਦਵਾਨ ਤੇ ਮੰਨਦੇ ਆ ਵੀ ਇਹ ਕਲਗੀਧਰ ਨੇ ਗੋਝ ਪੋਥੀ ਵਿੱਚ ਇਹ ਮਹਾਰਾਜ ਦੀ ਕ੍ਰਿਤ ਹੈ, ਬਚਨ ਨੇ। ਅੱਜ ਕੱਲ੍ਹ ਦੇ ਜਿਹੜੇ ਨੇ ਉਹ ਕਹਿੰਦੇ ਜੀ ਨਹੀਂ ਇਹ ਤੇ ਗਿਆਨੀ ਗਿਆਨ ਸਿੰਘ ਦੇ ਹੈ। ਗੁਰੂ ਮੁਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਇਹ ਪੜ੍ਹਨੀ ਹੋਵੇ ਤੇ ਸਾਨੂੰ ਸਰਬਲੋ ਗ੍ਰੰਥ ਵਿੱਚੋਂ ਪ੍ਰਾਪਤ ਹੋਵੇਗੀ। ਜੇ ਆਪਾਂ ਸਰਬਲੋ ਗ੍ਰੰਥ ਦਾ ਖੰਡਨ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਗੁਰੂ ਮੁਖ ਤੋਂ ਦੇਖਣੀ ਹੋਵੇ ਤੇ ਕਿੱਥੋਂ ਦੇਖਾਂਗੇ? ਉੱਥੇ ਮਹਾਰਾਜ ਸਾਹਿਬ ਜੀ ਨੇ ਲਿਖਿਆ ਆਪਨ ਪਉ ਸ਼੍ਰੀ ਖਾਲਸੇ ਸੌਂਪਾ, ਦੁਤੀਆ ਰੂਪ ਸਤਿਗੁਰੂ ਗ੍ਰੰਥ। ਚਮਕੌਰ ਦੀ ਗੜੀ ਵਿੱਚ ਅਸੀਂ ਭਾਵੇਂ ਆਪਣਾ ਸਰੂਪ ਖਾਲਸੇ ਨੂੰ ਦੇ ਦਿੱਤਾ, ਪਰ ਦੂਜਾ ਸਰੂਪ ਗੁਰੂ ਗ੍ਰੰਥ ਸਾਹਿਬ ਹੈ। ਫਿਰ ਮਹਾਰਾਜ ਨੇ ਲਿਖਿਆ ਦੁਆਦਸ ਭਾਨ ਸਤਿਗੁਰ ਏ ਕਹੀਅਤ। ਕਹਿੰਦੇ 12 ਸੂਰਜ, ਜਿਵੇਂ ਇੱਕ ਸਾਲ ਵਿੱਚ 12 ਸੂਰਜ ਨੇ, ਹਰੇਕ ਮਹੀਨੇ ਦਾ ਨਵਾਂ ਸੂਰਜ। ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜੋਤ 12 ਰੂਪਾਂ ਵਿੱਚ ਹੋ ਕੇ ਵਰਤੀ ਹੈ। ਤੋ ਇਹ ਜੋ ਵਾਹਿਗੁਰੂ ਗੁਰਮੰਤਰ ਦਾ ਵਿਖਿਆਨ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੀ ਗੱਲ ਹੈ, ਜਾਂ ਖਾਲਸੇ ਦਾ ਸਤੋਤਰ ਹੈ, ਹਰੇਕ ਸਿੱਖ ਦੇ ਮੁਖ ਤੇ ਹੈ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਜਦੋਂ ਵੀ ਕੋਈ ਸਿੱਖਾਂ ਦਾ ਵਿਰਾਸਤੀ ਮੇਲਾ ਹੁੰਦਾ ਹੈ, ਮਹੱਲਾ ਹੁੰਦਾ ਹੈ, ਤੇ ਉਸ ਵਕਤ ਇਹ ਬੋਲ ਪੜ੍ਹੇ ਜਾਂਦੇ ਨੇ, ਇਹ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਆਉਂਦੇ ਨੇ। ਤੋ ਇਸ ਵਾਸਤੇ ਸਾਡੇ ਜਿਹੜੇ ਵਿਰਾਸਤੀ ਮਹੱਲੇ ਨੇ, ਜਾਂ ਸਮਾਗਮ ਨੇ, ਜਾਂ ਗੁਰਪੁਰਬ ਨੇ, ਜਾਂ ਨਿਤਨੇਮ ਹੈ, ਉਹਦੇ ਵਿੱਚ ਵੀ ਸਰਬਲੋ ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹੀ ਜਾਂਦੀ ਹੈ, ਸੁਣੀ ਜਾਂਦੀ ਹੈ। ਬਾਬਾ ਜੀ ਇਹ ਸਰਬਲੋ ਗ੍ਰੰਥ ਦਾ ਵਿਸ਼ਾ ਵਸਤੂ ਉਹਦੇ ਬਾਰੇ ਸੰਗਤ ਨੂੰ ਥੋੜੀ ਜਾਣਕਾਰੀ ਦਿਓ। ਹਾਂ, ਇਹ ਸਰਬਲੋ ਗ੍ਰੰਥ ਦੀ ਜਿਹੜੀ ਸ਼ੁਰੂਆਤ ਹੈ ਉਹ ਸ੍ਰੀ ਭਵਾਨੀ ਜੀ ਸਹਾਏ ਇੱਥੋਂ ਸ਼ੁਰੂ ਹੁੰਦੀ ਹੈ। ਕਈਆਂ ਨੂੰ ਭਵਾਨੀ ਸ਼ਬਦ ਤੋਂ ਬੜੀ ਦਿੱਕਤ ਹੁੰਦੀ ਹੈ। ਉਹ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਤੇ ਸਨਾਤਨ ਮਤ ਦੇ ਸਿਧਾਂਤ ਨੂੰ ਸਮਝਦੇ ਨੇ।
ਜਿਵੇਂ ਹਿੰਦੂ ਧਰਮ ਦੇ ਵਿੱਚ ਉਹਨਾਂ ਨੇ ਆਪੋ ਆਪਣੇ ਦੇਵਤੇ ਕਲਪੇ ਨੇ। ਉਹ ਕਹਿੰਦੇ ਆਹ ਸਾਡਾ ਬ੍ਰਹਮਾ ਹੈ, ਆਹ ਸਾਡਾ ਵਿਸ਼ਨੂੰ ਹੈ, ਆਹ ਸਾਡੀ ਸੁਰਸਤੀ ਹੈ। ਤਾਂ ਗੁਰੂ ਕੇ ਪੰਥ ਖਾਲਸੇ ਵਿੱਚ ਕਿਹਾ ਜਾਂਦਾ ਵੀ ਸਾਡੀ ਗੁਰਬਾਣੀ ਹੀ ਸਰਸਤੀ ਹੈ। ਉਹ ਕਹਿੰਦੇ ਆ ਜੀ ਇਹ ਸਾਡੀ ਭਵਾਨੀ ਹੈ, ਉਹ ਦੁਰਗਾ ਦੇ ਪ੍ਰਥਾਏ ਕਹਿੰਦੇ ਗੁਰੂ ਕੇ ਪੰਥ ਖਾਲਸੇ ਵਿੱਚ ਕਿਰਪਾਨ ਨੂੰ ਹੀ ਭਵਾਨੀ ਕਿਹਾ ਜਾਂਦਾ। ਸਾਮਰਥ ਕੋਸ਼ ਦੇ ਵਿੱਚ ਭਵਾਨੀ ਦਾ ਅਰਥ ਕਿਰਪਾਨ ਵੀ ਕੀਤਾ ਹੋਇਆ ਹੈ। ਸੰਸਕ੍ਰਿਤ ਦੀਆਂ ਕੋਸ਼ਾਂ ਵਿੱਚ, ਡਿਕਸ਼ਨਰੀਆਂ ਵਿੱਚ ਭਵਾਨੀ ਦਾ ਅਰਥ ਕਿਰਪਾਨ ਵੀ ਹੈ। ਭਵਾਨੀ ਸ਼ਬਦ ਦੀ ਵਿਆਖਿਆ ਵੇਖਣੀ ਹੋਵੇ ਤਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਉਹਨਾਂ ਨੇ ਅਵਤਾਰਾਂ ਦੀ ਕਥਾ ਆਰੰਭੀ ਹੈ ਨਾ, 24 ਅਵਤਾਰਾਂ ਦੀ ਕਥਾ, ਉਹਦੇ ਆਦ ਵਿੱਚ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਦਾ ਸਤੋਤਰ ਲਿਖਿਆ ਹੈ। ਬੜਾ ਅਦਭੁਤ ਸਤੋਤਰ ਹੈ। ਉਹਦੇ ਵਿੱਚ ਭਵਾਨੀ ਦਾ ਨਾਮ ਅਰਥ ਮਹਾਰਾਜ ਨੇ ਭਵਾਨੀ ਸ਼ਬਦ ਦੀ ਵਿਆਖਿਆ ਕੀਤੀ ਹੈ। ਸਾਹਿਬ ਜੀ ਕਹਿੰਦੇ ਜਿਹਨੇ ਇਹ ਜਗਤ ਨੂੰ ਪ੍ਰਗਟ ਕੀਤਾ ਹੈ ਨਾ, ਉਹਦਾ ਨਾਮ ਹੈ ਭਵਾਨੀ। ਭਾਵੇਂ ਆਨੀ, ਭਾਵ ਮੈਨੇ ਸੰਸਾਰ ਨੂੰ, ਆਨੀ ਮੈਨੇ ਲਿਆਂਦਾ, ਭਾਵ ਪ੍ਰਗਟ ਕੀਤਾ। ਸੋਈ ਭਵਾਨੀ ਨਾਮ ਕਹਾਇਓ। ਉਹ ਵਾਹਿਗੁਰੂ ਦਾ ਨਾਮ ਹੀ ਭਵਾਨੀ ਹੈ। ਜਿਵੇਂ ਹਿੰਦੂ ਧਰਮ ਵਿੱਚ ਸੰਗਰਾਂਦ ਮਨਾਈ ਜਾਂਦੀ ਸੀ, ਲੋਕ ਬਾਹਮਣਾਂ ਦੇ ਕੋਲ ਜਾ ਕੇ ਪੱਤਰੀਆਂ ਖਿਲਾਉਂਦੇ ਸੀ। ਸੱਚੇ ਪਾਤਸ਼ਾਹ ਜੀ ਨੇ ਸੰਗਰਾਂਦ ਦੇ ਉੱਪਰ 12 ਮਾਹ ਲਿਖ ਦਿੱਤੇ। ਸੰਗਰਾਂਦ ਤੇ ਉਹੀ ਹੈ, ਪਰ ਹਿੰਦੂ ਧਰਮ ਦੀ ਸੰਗਰਾਂਦ ਮਨਾਉਣ ਦੀ ਮਰਿਆਦਾ ਹੋਰ ਹੈ, ਸਿੱਖਾਂ ਦੀ ਸੰਗਰਾਂਦ ਮਨਾਉਣ ਦੀ ਮਰਿਆਦਾ ਹੋਰ ਹੈ। ਲਫ਼ਜ਼ ਉਹੀ ਹੈ, ਭਗਉਤੀ ਲਫ਼ਜ਼ ਹੈ, ਉਹ ਦੁਰਗਾ ਮਾਈ ਲਈ ਵਰਤਦੇ ਹੈ, ਖਾਲਸਾ ਕਿਰਪਾਨ ਲਈ ਵਰਤਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਭਗਉਤੀ ਸ਼ਬਦ ਭਗਵੰਤ ਅਕਾਲ ਪੁਰਖ ਦੇ ਪੁਜਾਰੀ ਲਈ ਵੀ ਵਰਤਿਆ ਗਿਆ ਹੈ। ਇਸ ਲਈ ਸ਼ਬਦਾਂ ਦੇ ਘੇਰੇ ਵਿੱਚ ਆ ਕਰਕੇ ਲੋਕ ਕਈ ਵਾਰ ਜਿਹੜੇ ਭਰਮਗ੍ਰਸਤ ਹੋ ਜਾਂਦੇ ਹਨ। ਸਰਬਲੋ ਗ੍ਰੰਥ ਵਿੱਚ ਪਹਿਲਾਂ ਸ੍ਰੀ ਮਾਇਆ ਦਾ ਸਤੋਤਰ ਹੈ। ਦੀਵਾਲੀ ਆਉਣੀ ਹੈ, ਲੋਕਾਂ ਨੇ ਮਾਇਆ ਦੀ ਪੂਜਾ ਕਰਨੀ ਹੈ। ਪਿਆਰੇ ਦਇਆ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਕੀ ਹੁਕਮ ਹੈ? ਸਾਹਿਬ ਜੀ ਕਹਿਣ ਲੱਗੇ, ਨਹੀਂ ਅਸਾਂ ਨੇ ਮਾਇਆ ਦੀ ਪੂਜਾ ਨਹੀਂ ਕਰਨੀ, ਕਿਉਂਕਿ ਮਹਾਮਾਈ ਤਾਂ ਕੀ ਹੈ ਛਾਇਆ। ਜਿਹੜੀ ਮਹਾਮਾਇਆ ਹੈ ਉਹ ਤੇ ਉਸ ਦਾ ਪਰਛਾਵਾਂ ਹੈ। ਅਸੀਂ ਪਰਛਾਵੇਂ ਨੂੰ ਨਹੀਂ ਪੂਜਣਾ, ਅਸਾਂ ਨੇ ਜੋ ਓਰੀਜਨਲ ਹੈ ਉਹਦੀ ਪੂਜਾ ਕਰਨੀ। ਇਹਦੀ ਗ੍ਰੰਥ ਦੀ ਸ਼ੁਰੂਆਤ ਹੁੰਦੀ, ਛਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ। ਮਹਾਮਾਇਆ ਤਾਂ ਕੀ ਹੈ ਛਾਇਆ, ਉਹਦੀ ਵਿਆਖਿਆ ਹੈ। ਮਹਾਰਾਜ ਜੀ ਕਹਿਣ ਲੱਗੇ ਅਸੀਂ ਸ੍ਰੀ ਮਾਇਆ ਨੂੰ ਪੂਜਣਾ ਹੈ। ਇੱਕ ਮਾਇਆ ਤੇ ਮਾਇਆ ਦਾ ਜਿਹੜਾ ਪਤੀ ਹੈ ਉਹਨੂੰ ਕਹਿੰਦੇ ਸ੍ਰੀ ਮਾਇਆ। ਸ੍ਰੀ ਦਾ ਅਰਥ ਕੋਸ਼ਕਾਰਾਂ ਨੇ ਕੀਤਾ। ਸ੍ਰੀ ਦਾ ਅਰਥ ਸ਼੍ਰੋਮਣੀ ਵੀ ਹੈ, ਸ੍ਰੀ ਦਾ ਅਰਥ ਲక్ష్ਮੀ ਵੀ ਹੈ, ਸ੍ਰੀ ਦਾ ਅਰਥ ਸਰੇ ਮੁਕਤੀ ਨੂੰ ਦੇਣ ਵਾਲਾ ਵੀ ਹੈ, ਅਤੇ ਸ੍ਰੀ ਦਾ ਅਰਥ ਸ੍ਰੀ ਆਸਰੇ ਤੋਂ ਵੀ ਹੈ। ਆਸਰੇ ਤੋਂ ਵੀ ਅਰਥ ਦਾ ਬਣਦਾ ਹੈ। ਤੇ ਸ੍ਰੀ ਦਾ ਅਰਥ ਵਾਲਾ ਵੀ ਹੈ। ਜਿਵੇਂ ਸ਼ਬਦ ਵਰਤਦੇ ਨੇ, ਸ਼੍ਰੀਮਾਨ ਮਾਨ ਵਾਲਾ, ਸ਼੍ਰੀਮਤੀ ਮੱਤ ਵਾਲੀ, ਇਸੇ ਤਰ੍ਹਾਂ ਸ਼੍ਰੀ ਮਾਇਆ ਮਾਇਆ ਵਾਲਾ, ਉਹ ਵਾਹਿਗੁਰੂ ਦਾ ਸਤੋਤਰ। ਅਤੇ ਉਹ ਸਤੋਤਰ ਸ਼ੁਰੂ ਹੁੰਦਾ ਹੈ। ਬਾਅਦ ਵਿੱਚ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਵੀ ਸਮੇਂ ਦੇ ਨਾਲ ਇਹ ਧਰਤੀ ਦੇ ਉੱਪਰ ਯੁੱਧ ਹੋਇਆ ਦੇਵਤਿਆਂ ਦੇ ਅੰਤਾਂ ਵਿਚਕਾਰ। ਉਹਦੀ ਸਹਾਇਤਾ ਕਰਨ ਵਾਸਤੇ ਦੁਰਗਾ ਦੇਵੀ ਪਹੁੰਚੀ। ਉਹਨੇ ਭੀਮਨਾਥ ਦਾ ਵੱਧ ਕੀਤਾ। ਭੀਮਨਾਥ ਦਾ ਭਰਾ ਸੀ ਬੀਰਜਨਾਥ। ਉਹ ਬੋਲਦਾ ਸੀ ਤੇ ਉਹਦੀ ਬੋਲੀ ਤੋਂ ਹੀ ਅਨੇਕਾਂ ਰਾਖਸ਼ ਪੈਦਾ ਹੁੰਦੇ ਜਾਂਦੇ ਸੀ। ਉਹਦੀ ਨਾਦ ਧਵਨੀ ਵਿੱਚ, ਉਹਦੇ ਬੋਲ ਵਿੱਚ ਰਾਖਸ਼ਾਂ ਨੂੰ ਪੈਦਾ ਕਰਨ ਵਾਲਾ ਬੀਜ ਸੀ। ਉਹਦਾ ਨਾਮ ਸੀ ਬੀਰਜਨਾਥ। ਦੁਰਗਾ ਦੇਵੀ ਉਹਦੇ ਤੋਂ ਆਸਮਰੱਥ ਹੁੰਦੀ ਹੈ। ਤਾਂ ਫਿਰ ਦੁਰਗਾ ਦੇਵੀ ਸਾਰੇ ਦੇਵਤੇ ਇਕੱਠੇ ਹੋ ਕੇ ਅਕਾਲ ਪੁਰਖ ਦੀ ਪੂਜਾ ਕਰਦੇ ਨੇ। ਅਕਾਲ ਪੁਰਖ ਪਰਮੇਸ਼ਰ ਜੀ ਫਿਰ ਲੋਹੇ ਦਾ ਸਰੀਰ ਧਾਰ ਕੇ ਪ੍ਰਗਟ ਹੁੰਦੇ ਹਨ ਔਰ ਦੇਵੀ ਦੀ ਸਾਰੇ ਦੇਵਤਿਆਂ ਦੀ ਰੱਖਿਆ ਕਰਦੇ ਹਨ। ਇਸ ਪ੍ਰਸੰਗ ਨੂੰ ਮਹਾਰਾਜ ਸਾਹਿਬ ਜੀ ਨੇ ਬੜਾ ਲੰਮੇਰਾ ਕਰਕੇ ਲਿਖਿਆ ਹੈ। ਅਨੇਕਾਂ ਹੀ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਆਰਤੀਆਂ ਲਿਖੀਆਂ ਨੇ, ਅਨੇਕਾਂ ਹੀ ਮਹਾਰਾਜ ਨੇ ਅਲੰਕਾਰ ਲਿਖੇ ਨੇ, ਅਨੇਕਾਂ ਹੀ ਬੋਲੀਆਂ ਵਿੱਚ ਜੰਗ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਅਤੇ ਇਹ ਗ੍ਰੰਥ ਵਿੱਚ 100 ਅੰਗ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕੀਤੀ ਜਾਂਦੀ ਹੈ ਸਾਰੇ ਦੇਵਤਿਆਂ ਵੱਲੋਂ। ਉਹ 100 ਅੰਗ ਆਉਂਦਾ ਹੈ, ਉਹ ਸੰਸਕ੍ਰਿਤ ਵਿੱਚ ਹੈ। ਫਿਰ ਇਸ ਗ੍ਰੰਥ ਦਾ ਪਾਠ ਕਿਵੇਂ ਕਰਨਾ ਹੈ,
ਇਸ ਗ੍ਰੰਥ ਦੀ ਪੂਜਾ ਕਿਵੇਂ ਕਰਨੀ ਹੈ ਉਹਦਾ ਵੀ ਵਰਣਨ ਹੈ। 5 ਅਧਿਆਇਆਂ ਵਿੱਚ ਇਹ ਮਹਾ ਅਦਭੁਤ ਗ੍ਰੰਥ ਦੀ ਸਮਾਪਤੀ ਹੁੰਦੀ ਹੈ। ਫਿਰ ਮਹਾਰਾਜ ਅਖੀਰ ਤੇ ਕਹਿੰਦੇ ਨੇ 9 ਲੱਖ ਅਰਾਕੀ ਮਿਲੈ ਸਰਾਇ ਚੈ ਲਾਖ, 1.25 ਲੱਖ ਹਾਥੀ ਮਿਲੈ ਦੇਹੋ ਜਹੈ ਅਬਲਾਖ। ਅਖੀਰ ਤੇ ਮਹਾਰਾਜ ਅਕਾਲ ਪੁਰਖ ਦੇ ਚਰਨ ਕਹਿੰਦੇ ਆ 9 ਲੱਖ ਘੋੜੇ ਹੋਣ, 1.25 ਲੱਖ ਹਾਥੀ ਹੋਣ, 1 ਲੱਖ ਨਿਸ਼ਾਨ ਸਾਹਿਬਾਂ ਵਾਲੇ ਨਿਸ਼ਾਨਚੀ ਸਿੰਘ ਹੋਣ, 1.25 ਲੱਖ ਘੋੜੇ ਜਾਣ, 1.25 ਲੱਖ ਹਾਥੀ, 9 ਲੱਖ ਘੋੜੇ, 1.25 ਲੱਖ ਨਿਸ਼ਾਨਚੀ ਨੀਲੇ ਨਿਸ਼ਾਨ ਪਕੜ ਕੇ ਅੱਗੇ ਅੱਗੇ, ਤੇ ਖਾਸ ਸਵਾਰੀ ਮੋਏ ਚੱਲੇ ਨੇਜਾ ਲੱਖ ਨਿਸ਼ਾਨ, ਵਾਹਿਗੁਰੂ ਕਾ ਖਾਲਸਾ ਜੀਤੈ ਸਤਰ ਚੌਗਾਨ। ਗੁਰੂ ਗੋਬਿੰਦ ਸਿੰਘ ਦੀ ਖਾਸ ਸਵਾਰੀ ਵਿੱਚ ਚੱਲੇ, ਜਿਵੇਂ ਮਹੱਲਾ ਚੜ੍ਹਦਾ ਨਾ, ਇੱਕ ਘੋੜਾ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਹੁੰਦਾ। ਤੋ ਕਹਿੰਦੇ ਅਖੀਰ ਤੇ ਉਹਦੇ ਅਸਤਲੋ ਰਾਜ, ਜਿੱਥੋਂ ਸੂਰਜ ਚੜ੍ਹਦਾ ਜਾ ਕੇ ਫਤਿਹ ਹੁੰਦਾ, ਉੱਥੋਂ ਤੱਕ ਗੁਰੂ ਕੇ ਪੰਥ ਖਾਲਸੇ ਦਾ ਰਾਜ ਹੋਵੇ। ਬਾਅਦ ਵਿੱਚ ਅਵਤਾਰਾਂ ਦੀ ਕਥਾ ਆਉਂਦੀ ਹੈ। ਇਸ ਤਰੀਕੇ ਦਾ ਇਸ ਗ੍ਰੰਥ ਦਾ ਵਿਸ਼ੇ ਵਸਤੂ ਹੈ। ਇਸ ਗ੍ਰੰਥ ਦੇ ਕੱਲੇ ਵਿਸ਼ੇ ਤੇ ਵਿਚਾਰ ਕਰੀਏ ਤੇ ਬੜਾ ਲੰਮਾ ਸਮਾਂ ਲੱਗ ਜਾਏਗਾ। ਤੋ ਇਹ ਜੋ ਸੰਖੇਪ ਰੂਪ ਦੇ ਵਿੱਚ ਇਸ ਗ੍ਰੰਥ ਦਾ ਵਿਸ਼ਾ ਵਸਤੂ ਮੈਂ ਆਪ ਸੰਗਤਾਂ ਦੇ ਸਮਕਸ਼ ਰੱਖਿਆ ਹੈ। ਹਾਂਜੀ ਬਾਬਾ ਜੀ, ਇਸ ਗ੍ਰੰਥ ਦਾ ਪ੍ਰਕਾਸ਼ ਅਸੀਂ ਛਾਉਣੀਆਂ ਦੇ ਵਿੱਚ ਤਾਂ ਦੇਖਦੇ ਹਾਂ ਨਿਹੰਗ ਸਿੰਘਾਂ ਦੇ, ਇਸ ਤੋਂ ਇਲਾਵਾ ਤਖਤਾਂ ਤੇ ਵੀ ਪ੍ਰਕਾਸ਼ ਰਿਹਾ ਕਦੇ ਇਸ ਗ੍ਰੰਥ ਦਾ? ਹਾਂ, ਇਸ ਗ੍ਰੰਥ ਦਾ ਜਿਹੜਾ ਪ੍ਰਕਾਸ਼ ਹੈ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਦੇ ਵਿੱਚ ਹੁੰਦਾ ਹੈ। ਪਹਿਲਾਂ ਇਹ ਗ੍ਰੰਥ ਹੱਥ ਲਿਖਤ ਰੂਪ ਵਿੱਚ ਹੀ ਸੀ। ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ 96 ਕਰੋੜੀ, ਉਹਨਾਂ ਦੇ ਗੁਰਦੇਵ ਬਾਬਾ ਮਿੱਤ ਸਿੰਘ ਜੀ, ਉਹਨਾਂ ਨੇ ਉਹਨਾਂ ਦੀ ਜਿਹੜੀ ਨਿੱਜੀ ਖਾਹਸ਼ ਸੀ ਉਹਦੇ ਮੁਤਾਬਕ ਇਹਨੂੰ ਛਪਵਾਇਆ ਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਿੱਚ ਇਹਦਾ ਪ੍ਰਕਾਸ਼ ਕੀਤਾ ਗਿਆ। ਅਤੇ ਪਹਿਲਾਂ ਹੱਥ ਲਿਖਤ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਬਾਬਾ ਗੁਰਬਖਸ਼ ਸਿੰਘ ਜੀ ਦਾ ਸਥਾਨ ਹੈ। ਨਿਹੰਗ ਸਿੰਘ ਜੀ ਜਿਹੜੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਦੂਜੇ ਮੁਖੀ ਰਹੇ ਨੇ, ਅਤੇ ਪਿਆਰੇ ਦਇਆ ਸਿੰਘ ਜੀ ਤੋਂ ਬਾਅਦ ਸਮੇਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਕਲਗੀਧਰ ਦੇ ਹੁਕਮਾਂ ਨਾਲ ਉਹ ਕਰਦੇ ਰਹੇ ਨੇ। ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਰਹੇ ਨੇ। ਉਹਨਾਂ ਦੇ ਬੁੰਗੇ ਵਿੱਚ ਇਹ ਗ੍ਰੰਥ ਦਾ ਪ੍ਰਕਾਸ਼ ਰਿਹਾ ਹੈ। ਇਸ ਗੱਲ ਦੀ ਗਵਾਹੀ ਅਨੇਕਾਂ ਧਾਰਮਿਕ ਗ੍ਰੰਥ ਭਰਦੇ ਨੇ। ਦਮਦਮੀ ਟਕਸਾਲ ਦਾ ਜਿੱਥੇ ਇਤਿਹਾਸ ਲਿਖਿਆ ਗਿਆ ਹੈ ਉਹਦੇ ਵਿੱਚ ਵੀ ਇਹ ਗੱਲ ਲਿਖੀ ਗਈ ਹੈ। ਔਰ ਸ਼੍ਰੀ ਦਮਦਮਾ ਸਾਹਿਬ ਬੁੰਗਿਆਂ ਦੇ ਵਿੱਚ ਇਹਦਾ ਪ੍ਰਕਾਸ਼ ਰਿਹਾ ਹੈ। ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਗੱਲ ਕਰੀਏ ਤਾਂ ਤਖਤ ਸਾਹਿਬ ਦੇ ਨਾਲ ਹੀ ਮਾਤਾ ਭਾਗੋ ਜੀ ਦਾ ਸਥਾਨ ਹੈ, ਅੱਜ ਵੀ ਉੱਥੇ ਪ੍ਰਕਾਸ਼ ਹੈ। ਔਰ ਸ਼੍ਰੀ ਕੇਸਗੜ੍ਹ ਸਾਹਿਬ ਗੱਲ ਕਰੀਏ, ਗੁਰਦੁਆਰਾ ਸ਼ਹੀਦੀ ਬਾਗ ਅੱਜ ਵੀ ਅਦਭੁਤ ਬੀੜ ਦਾ ਪ੍ਰਕਾਸ਼ ਹੈ। ਪਟਨਾ ਸਾਹਿਬ ਵਿਖੇ ਉੱਥੋਂ ਦੇ ਮਹੰਤ ਬਾਬਾ ਸੁੱਖਾ ਸਿੰਘ ਜੀ ਹੋਏ ਨੇ, ਉਹਨਾਂ ਦੀ ਲਿਖੀ ਹੱਥ ਲਿਖਤ ਬੀੜ ਦਾ ਪ੍ਰਕਾਸ਼ ਹੁੰਦਾ ਰਿਹਾ ਹੈ। ਤਖਤ ਸਾਹਿਬਾਨਾਂ 'ਤੇ ਵੀ ਇਸ ਗ੍ਰੰਥ ਦੀ ਮਹਾਨਤਾ, ਇਸ ਗ੍ਰੰਥ ਦਾ ਪ੍ਰਕਾਸ਼ ਸਮੇਂ-ਸਮੇਂ 'ਤੇ ਹੁੰਦਾ ਰਿਹਾ ਹੈ। ਬਾਬਾ ਜੀ, ਸਭ ਤੋਂ ਪੁਰਾਣੀ ਬੀੜ ਜੇ ਕੋਈ ਮਿਲਦੀ ਹੋਵੇ ਉਹ ਕਿਹੜੀ ਆ? ਸਰਬਲੋ ਗ੍ਰੰਥ ਦੀ ਸਭ ਤੋਂ ਪੁਰਾਣੀ ਜਿਹੜੀ ਬੀੜ ਹੈ ਉਹ ਮਾਤਾ ਭਾਗੋ ਜੀ ਦੇ ਸਥਾਨ ਤੇ ਜਿਹੜੀ ਪ੍ਰਕਾਸ਼ ਬੀੜ ਹੈ ਉਹ ਮੰਨੀ ਜਾਂਦੀ ਹੈ। ਮਾਤਾ ਭਾਗੋ ਜੀ ਦੀ ਬੀੜ ਇੱਥੇ ਮਹਾਰਾਸ਼ਟਰ ਦੇ ਵਿੱਚ ਹੈ। ਮਾਤਾ ਭਾਗੋ ਜੀ ਦਾ ਬੁੰਗਾ ਹੈ, ਉੱਥੇ ਉਹ ਬੀੜ ਸ਼ੁਭਾਇਮਾਨ ਹੈ। ਅਤੇ ਨਨਕਿਆਣੇ ਸਾਹਿਬ ਵੀ ਬੀੜ ਮਿਲਦੀ ਹੈ, ਉਹਦੇ ਉੱਪਰ ਵੀ ਸੰਨ ਸੰਮਤ ਲਿਖਿਆ ਹੋਇਆ ਹੈ। ਗੁਰਦੁਆਰਾ ਸ਼ਹੀਦੀ ਬਾਗ ਵਾਲੀ ਬੀੜ ਵੀ ਹੈ। ਇੱਕ ਮਹਾਂਪੁਰਖ ਬਾਬਾ ਬਲੀ ਸਿੰਘ ਜੀ ਹੋਏ ਨੇ, ਉਹਨਾਂ ਦੀ ਲਿਖੀ ਬੀੜ ਗੁਰਮਤਿ ਵਿਦਿਆਲਾ ਭੰਬੋਈ ਵਿੱਚ ਵੀ ਹੈ। ਇੱਕ ਗਿਆਨੀ ਚੰਦਾ ਸਿੰਘ ਜੀ ਕੱਟੂ ਵਾਲੇ ਹੋਏ ਨੇ, ਉਹਨਾਂ ਦੀ ਲਿਖੀ ਹੋਈ ਬੀੜ ਵੀ ਹੈ। ਇੱਕ ਨਾਮਧਾਰੀ ਸੰਪਰਦਾ ਦੇ ਵਿੱਚ ਵੀ ਹੱਥ ਲਿਖਤ ਬੀੜ ਇਸ ਗ੍ਰੰਥ ਦੀ ਸ਼ੁਭਾਇਮਾਨ ਹੈ। ਸਭ ਤੋਂ ਪੁਰਾਣੀ ਜਿਹੜੀ ਬੀੜ ਹੈ ਉਹ ਮਾਤਾ ਭਾਗੋ ਜੀ ਵਾਲੇ ਸਥਾਨ ਦੇ ਉੱਪਰ ਸ਼ੁਭਾਇਮਾਨ ਹੈ। ਬਾਬਾ ਜੀ, ਆਖਰੀ ਸਵਾਲ, ਕਹਿੰਦੇ ਕਿ ਸਰਬਲੋਕ ਗ੍ਰੰਥ ਦੇ ਵਿੱਚ ਪਿੰਗਲ ਗ੍ਰੰਥ ਦਾ ਜਿਹੜਾ ਜ਼ਿਕਰ ਆਉਂਦਾ ਆ, ਤੇ ਰੂਪਦੀਪ ਪਿੰਗਲ ਦਾ ਜ਼ਿਕਰ ਗ੍ਰੰਥ ਦੇ ਵਿੱਚ ਆਉਂਦਾ ਆ, ਪਰ ਜਿਹੜੀ ਸੰਪੂਰਨਤਾ ਮੰਨੀ ਜਾਂਦੀ ਰੂਪਦੀਪ ਪਿੰਗਲ ਦੀ ਉਹ 1719 'ਚ ਮੰਨੀ ਜਾਂਦੀ ਆ। ਇਸ ਚੀਜ਼ ਦੇ ਉੱਤੇ ਕਾਫੀ ਕਿੰਤੂ ਕੀਤਾ ਜਾਂਦਾ ਹੈ ਵੀ ਜੇ ਸੰਪੂਰਨਤਾ ਬਾਅਦ 'ਚ ਹੋਈ ਤਾਂ ਜ਼ਿਕਰ ਪਹਿਲਾਂ ਕਿਵੇਂ ਆ ਗਿਆ, ਵੀ ਇਸ ਕਰਕੇ ਉਹ ਕਹਿੰਦੇ ਕਿ ਪਾਤਸ਼ਾਹ ਦੀ ਕ੍ਰਿਤ ਨਹੀਂ ਆ। ਹਾਂ, ਇਹ ਤਾਂ ਵੇਖੋ ਜੀ ਇੱਕ ਭਰਮਜਾਲ ਹੈ, ਲੋਕਾਂ ਨੂੰ ਭਰਮਜਾਲ ਵਿੱਚ ਪਾਉਣਾ। ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਕਿ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੂੰ ਆਗਿਆ ਕੀਤੀ ਵੀ ਆਪ ਜੀ ਬਾਣੀ ਲਿਖੋ, ਤੇ ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਉਸ ਦੀ ਕੁੰਜੀ ਹੋਣਗੇ।
ਵਰਦਾਨ ਪਹਿਲਾਂ ਹੀ ਦੇ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਣਾ ਸ਼ੁਰੂ ਕਰ ਦਿੱਤਾ। ਹੁਣ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹ ਕੇ ਵੇਖੀਏ ਤੇ ਵਾਰਾਂ ਦੀ ਸੰਪੂਰਨਤਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਹੁੰਦੀ ਹੈ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਛੇਵੇਂ ਪਾਤਸ਼ਾਹ ਦਾ ਜ਼ਿਕਰ ਹੈ। ਵਰਦਾਨ ਪੰਜਵੇਂ ਪਾਤਸ਼ਾਹ ਵੇਲੇ ਹੈ। ਤੇ ਜੇ ਕੋਈ ਮੂਰਖ ਉੱਠ ਕੇ ਕਵੇ ਵੀ ਇਹ ਭਾਈ ਗੁਰਦਾਸ ਦੀ ਬਾਣੀ ਨਹੀਂ ਹੈ, ਗੁਰੂ ਅਰਜਨ ਦਾ ਵਰਦਾਨ ਹੀ ਨਹੀਂ ਹੈ, ਕਿਉਂਕਿ ਇਹਦੀ ਸੰਪੂਰਨਤਾ ਜਿਹੜੀ ਹੈ ਉਹ ਤੇ ਹੋ ਰਹੀ ਹੈ ਛੇਵੇਂ ਪਾਤਸ਼ਾਹ ਵੇਲੇ। ਇਸੇ ਤਰ੍ਹਾਂ ਕਿਰਪਾ ਰਾਮ ਪੰਡਤ ਜਿਹੜੇ ਕਸ਼ਮੀਰ ਤੋਂ ਚੱਲ ਕੇ ਆਏ ਸੀ ਤੇ ਨਾਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਵਾਸਤੇ ਕੁਰਬਾਨੀ ਕੀਤੀ ਐਡੀ ਵੱਡੀ, ਤੋ ਐਸੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਨੇ ਕਿਰਪਾ ਰਾਮ ਨੂੰ ਕਿਹਾ ਉੱਥੇ ਕੁਰਬਾਨੀ ਦੀ ਲੋੜ ਹੈ, ਇੱਥੇ ਵਿਦਿਆ ਦੀ ਲੋੜ ਹੈ। ਤੁਸੀਂ ਛੰਦ ਸ਼ਾਸਤਰ ਦੇ, ਫਾਰਸੀ ਦੇ, ਸੰਸਕ੍ਰਿਤ ਦੇ ਮਾਹਰ ਹੋ, ਇੱਥੇ ਰਹਿ ਕੇ ਵਿਦਿਆ ਪੜ੍ਹਾਓ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੰਠੋਂ ਉਚਾਰਨ ਵਾਲੇ ਕਲਗੀਧਰ ਪਾਤਸ਼ਾਹ, ਉਹਨਾਂ ਨੂੰ ਪੜ੍ਹਨ ਦੀ ਲੋੜ ਕੋਈ ਨਹੀਂ ਸੀ, ਕਿਉਂਕਿ ਉਹ ਤਾਂ ਧੁਰ ਦਰਗਾਹੋਂ ਹੀ ਪੜ੍ਹੇ ਸਨ। ਦੂਜਿਆਂ ਨੂੰ ਵਿਦਿਆ ਬਖਸ਼ਣ ਵਾਲੇ ਸਨ। ਗੁਰੂ ਗ੍ਰੰਥ ਸਾਹਿਬ ਨੂੰ ਕੰਠੋਂ ਉਚਾਰ ਕੇ ਲਿਖਵਾਉਣ ਵਾਲੇ ਸਨ ਦਮਦਮਾ ਸਾਹਿਬ। ਪਰ ਇੱਕ ਲੌਕਿਕ ਮਰਿਆਦਾ ਕਰਨ ਵਾਸਤੇ ਮਹਾਰਾਜ ਨੇ ਕਿਰਪਾ ਰਾਮ ਦੇ ਕੋਲੋਂ ਫਾਰਸੀ, ਸੰਸਕ੍ਰਿਤ, ਛੰਦ ਸ਼ਾਸਤਰ ਸਿੱਖਿਆ ਔਰ ਕਿਰਪਾ ਰਾਮ ਨੇ ਅੰਮ੍ਰਿਤ ਵੀ ਛਕਿਆ। ਕਿਰਪਾ ਸਿੰਘ ਵੀ ਸਜੇ, ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਸੋ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ 14 ਜੰਗਾਂ ਲੜੀਆਂ, ਉੱਥੇ ਬਹੁਤ ਸਾਰਾ ਸਾਹਿਤ ਸੱਚੇ ਪਾਤਸ਼ਾਹ ਜੀ ਨੇ ਰਚਿਆ ਤੇ ਮਹਾਰਾਜ ਨੇ ਰਚਨਾ ਕਰਵਾਈ ਵੀ। ਮਹਾਰਾਜ ਦੀ ਸਭਾ 'ਚ 52 ਕਵੀ ਮੁੱਖ, ਹੋਰ ਅਨੇਕਾਂ ਕਵੀ ਰਹਿੰਦੇ ਸਨ, 100 ਤੋਂ ਉੱਪਰ ਦੀ ਉਹਨਾਂ ਦੀ ਗਿਣਤੀ ਹੈ। ਤਾਂ ਮਹਾਰਾਜ ਸਾਹਿਬ ਜੀ ਹਰੇਕ ਕੋਲੋਂ ਭਾਸ਼ਾ ਵਿੱਚ ਲਿਖਵਾਉਂਦੇ ਰਹਿੰਦੇ ਵੀ ਸੰਸਕ੍ਰਿਤ ਪੜ੍ਹਨੀ ਬੜੀ ਔਖੀ ਹੈ, ਸਿੱਖਾਂ ਨੂੰ ਭਾਸ਼ਾ 'ਚ ਕਰ ਦੇ। ਤਾਂ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਗਿਰਧਾਰੀ ਲਾਲ ਤੋਂ ਵੀ ਇੱਕ ਪਿੰਗਲ ਲਿਖਵਾਇਆ, ਗੁੰਗ ਕਵੀ ਤੋਂ ਵੀ ਪਿੰਗਲ ਲਿਖਾਇਆ। ਸਰਬਲੋ ਬੁੰਗਾ ਵਿੱਚ ਉਹਦੀਆਂ ਕਾਪੀਆਂ ਮੌਜੂਦ ਹੈ। ਔਰ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜੇ ਵਿਦਿਆ ਪੜ੍ਹਾਉਣ ਵਾਲੇ ਕਿਰਪਾ ਰਾਮ ਜੀ ਸਨ, ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਵੀ ਕੁਛ ਪਿੰਗਲ ਨੂੰ ਸੁਖੈਨ ਕਰਕੇ, ਕਿਉਂਕਿ ਪਿੰਗਲ ਇੱਕ ਰਿਖੀ ਹੋਇਆ, ਉਹਨੇ ਛੰਦ ਸ਼ਾਸਤਰ ਲਿਖਿਆ ਪਹਿਲਾਂ ਸੰਸਕ੍ਰਿਤ ਵਿੱਚ ਸੀ, ਵੇਦ ਵੀ ਛੰਦਾਂ ਵਿੱਚ ਹੀ ਲਿਖੇ ਗਏ ਨੇ, ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਉਹਨੂੰ ਭਾਸ਼ਾ ਵਿੱਚ ਸੌਖਾ ਜਾ। ਉਹਨਾਂ ਨੇ ਕੁਝ ਸ਼ੁਰੂ ਕੀਤਾ, ਪਰ ਜੰਗਾਂ ਦੇ ਵਿੱਚ ਚਮਕੌਰ ਸਾਹਿਬ ਸ਼ਹਾਦਤ ਹੋ ਗਈ, ਪੂਰਾ ਨਾ ਹੋਇਆ। ਜਦੋਂ ਮਹਾਰਾਜ ਨੰਦੇੜ ਗਏ ਹੈ ਤਾਂ ਕਿਰਪਾ ਰਾਮ ਦਾ ਸਿੱਖ ਜੈ ਕ੍ਰਿਸ਼ਨ ਉੱਥੇ ਜਾ ਕੇ ਮਿਲਿਆ ਕਲਗੀਧਰ ਪਾਤਸ਼ਾਹ। ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਤੂੰ ਸਾਡੇ ਵਿਦਿਆ ਪੜ੍ਹਾਉਣ ਵਾਲਿਆਂ ਦਾ ਸ਼ਿਸ਼ ਹੈ ਤੇ ਸਾਡਾ ਗੁਰ ਭਾਈ ਲੱਗਦਾ ਹੈ, ਜਿਹੜਾ ਕੰਮ ਉਹਨਾਂ ਦਾ ਅਧੂਰਾ ਸੀ ਉਹ ਕੰਮ ਨੂੰ ਤੂੰ ਪੂਰਿਆ ਕਰ। ਨਾਲ ਇੱਧਰ ਸਰਬਲੋ ਗ੍ਰੰਥ ਦੀ ਰਚਨਾ ਸੀ, ਪਿਆਰੇ ਦਇਆ ਸਿੰਘ ਜੀ ਲਿਖ ਰਹੇ ਸੀ, 25 ਸਿੱਖ ਸੁਣ ਰਹੇ ਸੀ। ਤਾਂ ਮਹਾਰਾਜ ਸਾਹਿਬ ਨੇ ਲਿਖ ਦਿੱਤੀਆਂ ਤੁਕਾਂ ਕਿ ਜੇ ਕਿਸੇ ਨੇ ਛੰਦ ਸ਼ਾਸਤਰ ਪੜ੍ਹਨਾ ਹੈ ਤਾਂ ਇਹ ਰੂਪ ਦੀ ਪਿੰਗਲ ਦੇ ਵਿੱਚੋਂ ਸਿੱਖ ਲੈ। ਉੱਧਰ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਵੀ ਤੁਸੀਂ ਲਿਖੋ। ਫਿਰ ਕਵੀ ਜੈ ਕ੍ਰਿਸ਼ਨ ਨੇ ਲਿਖਣ ਲੱਗ ਪਿਆ। ਮਹਾਰਾਜ ਸਾਹਿਬ ਜੀ ਦੀ ਆਗਿਆ ਹੋਏ 6 ਵਿੱਚ ਜਾਂ 7 ਵਿੱਚ ਹੋਈ ਹੋਵੇ, 8 ਵਿੱਚ ਮਹਾਰਾਜ ਸੱਚਖੰਡ ਨੂੰ ਚਲੇ ਜਾਂਦੇ। 1719 ਈਸਵੀ ਦੇ ਵਿੱਚ ਉਹਨੇ ਉਹ ਗ੍ਰੰਥ ਨੂੰ ਪੂਰਿਆ ਕੀਤਾ। 52 ਛੰਦ ਉਹਨੇ ਬਣਾਏ ਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਲਿਖਣ ਦਾ ਢੰਗ ਤਰੀਕਾ ਹੈ, ਜੋ ਕਾਨੂੰਨ ਹੈ, ਉਹਨੇ ਉਹਦੇ ਵਿੱਚ ਲਿਖਿਆ। ਹੁਣ ਜੇ ਇਹਦੇ 'ਤੇ ਕੋਈ ਸ਼ੰਕਾ ਕਰੇ 52 ਛੰਦ ਦੇ ਕਾਨੂੰਨ ਤੇ 1 ਦਿਨ 'ਚ ਹੀ ਲਿਖੇ ਜਾਂਦੇ ਹੈ, ਤੇ ਉਹਨੂੰ 8 ਤੋਂ ਲੈ ਕੇ 19 ਤੱਕ ਤੁਸੀਂ 10 ਸਾਲ ਲਾਈ ਜਾਂਦੇ ਜੋ 11 ਸਾਲ। ਤਾਂ ਉਹਦੇ ਲਈ ਜਿਵੇਂ ਇੱਕ ਰਾਗ ਨੂੰ ਗਾਉਣ ਦੇ ਕਈ ਢੰਗ ਤਰੀਕੇ ਹੈ, ਇਸੇ ਤਰ੍ਹਾਂ ਇੱਕ ਛੰਦ ਦੀਆਂ ਕਈ ਕਿਸਮਾਂ ਨੇ। ਜਿਵੇਂ ਸ੍ਰੀ ਰਾਗ ਹੈ, ਉਹਨੂੰ ਗਾਉਣ ਦੇ ਕਈ ਢੰਗ ਹੈ। ਵੱਖ-ਵੱਖ ਘਰਾਣਿਆਂ ਵਿੱਚ ਸ੍ਰੀ ਰਾਗ ਨੂੰ ਕੋਈ ਕਿਸੇ ਢੰਗ ਨਾਲ ਗਾਉਂਦਾ, ਕੋਈ ਕਿਸੇ ਢੰਗ ਨਾਲ। ਇਸੇ ਤਰ੍ਹਾਂ ਜਿਹੜਾ ਸਵਈਆ ਹੈ ਉਹਦੇ 32 ਰੂਪ ਨੇ। ਇੱਕ ਕਵਿਤ ਭਿਦਾਵਲੀ ਗ੍ਰੰਥ ਹੈ ਛੰਦ ਸ਼ਾਸਤਰ ਦਾ, ਪੰਡਤ ਨਿਹਾਲ ਸਿੰਘ ਜੀ ਮਹਾਰਾਜ ਦਾ ਲਿਖਿਆ। ਉਹਨਾਂ ਨੇ 108 ਪ੍ਰਕਾਰ ਦੀ ਕਵਿਤ ਲਿਖੀ ਹੈ। ਹੁਣ ਕਿਰਪਾ ਰਾਮ ਜੀ ਕਿਹੜੀ ਕਵਿਤ ਨੂੰ ਫੋਲੋ ਕਰਦੇ ਸੀ, ਕਿਹੜੀ ਪ੍ਰਕਾਰ ਨੂੰ,
ਉਹਨਾਂ ਦਾ ਕਿਹੜਾ ਘਰਾਣਾ ਸੀ, ਇਸ ਗੱਲ ਨੂੰ ਖੋਜ ਕੇ, ਇਸ ਗੱਲ ਨੂੰ ਸੋਚ ਕੇ, ਇਸ ਗੱਲ ਦੀ ਪੁੱਛਗਿੱਛ ਕਰਦਿਆਂ ਉਹਨਾਂ ਨੂੰ 52 ਛੰਦਾਂ ਦਾ ਰੂਪ ਲਿਖਦਿਆਂ ਜੋ ਕਿਰਪਾ ਰਾਮ ਜੀ ਦਾ ਘਰਾਣਾ ਸੀ ਉਹਦੇ ਅਨੁਸਾਰ 11 ਸਾਲ ਲੱਗ ਗਏ। ਇਸ ਵਾਸਤੇ ਇਹੋ ਜਿਹਾ ਜਿਹੜਾ ਸ਼ੰਕਾ ਕਰਨਾ ਇਹ ਤੇ ਬਹੁਤ ਨਿਰਮੂਲ ਤੇ ਬਹੁਤ ਛੋਟੀ ਜੀ ਗੱਲ ਹੈ, ਛੋਟੀ ਜੀ ਮੱਤ ਦਾ ਸਬੂਤ ਦਿੰਦੀ ਹੈ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਦੀਆਂ। ਬਾਬਾ ਜੀ ਆਖਰੀ ਸਵਾਲ ਵੀ ਤੁਸੀਂ ਸਰਬਲੋਕ ਗ੍ਰੰਥ ਬਾਰੇ ਹੁਣ ਤੱਕ ਕੀ ਜਿਹੜੇ ਕਾਰਜ ਕੀਤੇ ਨੇ ਇਸ ਗ੍ਰੰਥ ਬਾਰੇ? ਮੈਂ ਇਸ ਗ੍ਰੰਥ ਦੀ ਸੰਥਿਆ ਸਾਡੇ ਵਿਦਿਆ ਗੁਰਦੇਵ ਸੱਚਖੰਡ ਵਾਸੀ ਸੰਤ ਗਿਆਨੀ ਹਰਦੀਪ ਸਿੰਘ ਜੀ ਹਜੂਰੀ ਟਕਸਾਲ ਵਾਲੇ ਮਹਾਂਪੁਰਸ਼ ਉਹਨਾਂ ਦੇ ਕੋਲੋਂ ਇਹ ਵਿਦਿਆ ਪ੍ਰਾਪਤ ਕੀਤੀ। ਉਹ ਸਾਡੇ ਵਿਦਿਆ ਦਾਤੇ ਨੇ, ਉਹਨਾਂ ਨੇ ਸਾਨੂੰ ਵਿਦਿਆ ਬਖਸ਼ੀ ਅਤੇ ਵਿਦਿਆ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ। ਅਤੇ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਟਕਸਾਲ ਸੀ। ਮੈਂ ਉਹਨਾਂ ਦੇ ਕੋਲੋਂ ਇਸ ਗ੍ਰੰਥ ਦੀ ਸੰਥਿਆ ਕੀਤੀ। ਪਾਠ ਭੇਦ ਜਾਂ ਪ੍ਰੈਸ ਦੀਆਂ ਗਲਤੀਆਂ ਨੇ ਮੇਰੇ ਮਨ ਦੇ ਵਿੱਚ ਕਾਫੀ ਸਵਾਲ ਖੜੇ ਕੀਤੇ। ਨੰਦੇੜ ਤੋਂ ਸੰਥਿਆ ਕਰਨ ਤੋਂ ਬਾਅਦ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ, ਜੋ ਤਰਨਾ ਦਲ ਮਿਸਲ ਸ਼ਹੀਦਾਂ ਦੀ ਵੱਡੀ ਛਾਉਣੀ ਹੈ, ਉੱਥੋਂ ਦੇ ਸੰਚਾਲਕ ਮਹਾਂਪੁਰਸ਼ ਸੰਤ ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਦੀ ਚਰਨ ਸ਼ਰਨ ਵਿੱਚ ਰਹਿ ਕੇ ਤੇ ਮੈਂ ਉੱਥੇ ਗਿਆਨੀ ਬੀਰਬਲ ਸਿੰਘ ਜੀ ਤੇ ਗਿਆਨੀ ਸ਼ੇਰ ਸਿੰਘ, ਉਹਨਾਂ ਨੂੰ ਨਾਲੇ ਤੇ ਸੰਥਿਆ ਪੜ੍ਹਾਈ ਤੇ ਨਾਲੇ ਉਹ ਪੁਰਾਤਨ ਬੀੜ ਦੇ ਵਿੱਚੋਂ ਆਪਣੇ ਕੁਝ ਜਿਹੜੇ ਸ਼ੰਕੇ ਸੀ ਉਹਨਾਂ ਨੂੰ ਦਰੁਸਤ ਕੀਤਾ। ਬਾਅਦ ਵਿੱਚ ਦਮਦਮੇ ਟਕਸਾਲ ਦੇ ਵਿੱਚ ਰਹਿ ਕਰਕੇ ਇਸ ਗ੍ਰੰਥ ਦੀ ਇੱਕ ਕਥਾ ਗੁਰੂ ਕੇ ਸਿੰਘਾਂ ਨੂੰ ਪੜ੍ਹਾਈ। ਸਮੇਂ ਦੇ ਉਸਤਾਦ ਸਤਿਕਾਰਯੋਗ ਬਾਬਾ ਧਰਮ ਸਿੰਘ ਜੀ, ਗਿਆਨੀ ਦੁਰਲੱਭ ਸਿੰਘ ਜੀ, ਗਿਆਨੀ ਜਰਨੈਲ ਸਿੰਘ ਜੀ ਇਤਿਆਦਿ ਗੁਰੂ ਕੇ ਸਿੰਘਾਂ ਨੇ ਉਹ ਗ੍ਰੰਥ ਦੀ ਸੰਥਿਆ ਦਾਸ ਦੇ ਪਾਸੋਂ ਪੜ੍ਹੀ। ਸਮੇਂ ਦੇ ਨਾਲ ਸਮਾਧਾ ਬਾਬਾ ਨੌਜ ਸਿੰਘ ਜੀ ਦੇ ਸਥਾਨ 'ਤੇ ਇੱਥੇ ਪਾਠ ਬੋਧ ਵੀ ਹੋਇਆ। ਬਹੁਤ ਸਾਰੇ ਵਿਦਵਾਨ ਆਏ, ਉਹਨਾਂ ਨੇ ਆਪਣੀਆਂ ਰਾਇਆਂ ਦਿੱਤੀਆਂ। ਬਾਅਦ ਵਿੱਚ ਇੱਥੇ ਇੱਕ ਕਥਾ ਪ੍ਰਾਰੰਭ ਹੋਈ, ਵਿਦਿਆਰਥੀ ਸਿੰਘਾਂ ਨੇ ਉਹ ਕਥਾ ਪੜ੍ਹੀ ਸੁਣੀ। ਸਮੇਂ ਦੇ ਨਾਲ ਗੁਰਮਤਿ ਵਿਦਿਆਲਾ ਕੈਰੋਂ ਬਾਬਾ ਠਾਕੁਰ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਦੇ ਨਾਮ ਉੱਪਰ ਸਥਾਪਿਤ ਹੈ ਅਤੇ ਉਹਨਾਂ ਦੇ ਪ੍ਰਬੰਧਕਾਂ ਨਾਲ ਤਾਲਮੇਲ ਹੋਇਆ ਅਤੇ ਉੱਥੇ ਹੁਣ ਸਰਬਲੋ ਪ੍ਰਕਾਸ਼ ਗ੍ਰੰਥ ਦੀ 11ਵੀਂ ਕਥਾ ਰਿਕਾਰਡ ਹੋ ਰਹੀ ਹੈ। 2 ਮਹੀਨਿਆਂ ਤੱਕ ਸੰਪੂਰਨ ਹੋ ਜਾਏਗੀ। ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਗੇ ਦਸਮ ਗੁਰਬਾਣੀ ਨੂੰ ਸਾਰੇ ਲੋਕ ਨਹੀਂ ਸੀ ਜਾਣਦੇ, ਕਿੰਤੂਕਾਰਾਂ ਨੇ ਕਿੰਤੂ ਉਠਾਇਆ ਤੇ ਘਰ ਘਰ ਦਸਮ ਦੀ ਬਾਣੀ ਪਹੁੰਚ ਗਈ। ਸਰਬਲੋ ਗ੍ਰੰਥ ਨੂੰ ਸਾਰੇ ਲੋਕ ਨਹੀਂ ਸੀ ਜਾਣਦੇ, ਕਈਆਂ ਨੇ ਤੇ ਨਾਮ ਹੀ ਨਹੀਂ ਸੁਣਿਆ। ਭਾਈ ਰਣਜੀਤ ਸਿੰਘ ਜੀ ਉਹ ਕਹਿੰਦੇ ਸਰਬਲੋ ਪੋਥੀ, ਤੇ ਬਾਣੀ ਵਿੱਚ ਲਿਖਿਆ ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਤੇ ਪਰਮੇਸ਼ਰ ਦਾ ਥਾਂ ਹੈ। ਤੋ ਸਰਬਲੋ ਗ੍ਰੰਥ ਜੇ ਉਹਨਾਂ ਨੇ ਉਟੰਗਣ ਉਠਾਇਆ ਤੇ ਮੈਂ ਸੋਚਦਾ ਘਰ ਘਰ ਵਿੱਚ ਸਰਬਲੋ ਬਾਣੀ ਦਾ ਪ੍ਰਚਾਰ ਪਹੁੰਚ ਜਾਏਗਾ। 2 ਮਹੀਨਿਆਂ ਤੱਕ ਸੰਪੂਰਨ ਕਥਾ ਜਿਹੜੀ ਹੈ ਉਹ ਰਿਕਾਰਡ ਹੋਈ, ਗੁਰਸੰਗਤਾਂ ਵਿੱਚ ਰਿਲੀਜ਼ ਕਰ ਦਿੱਤੀ ਜਾਏਗੀ। ਔਰ ਸਰਬਲੋ ਗ੍ਰੰਥ ਵਿੱਚ ਜਿਹੜਾ ਖਾਲਸੇ ਦਾ ਪ੍ਰਸੰਗ ਆਉਂਦਾ ਹੈ ਉਹਦਾ ਨਾਮ ਖਾਲਸਾ ਪੰਥ ਪ੍ਰਕਾਸ਼ ਰੱਖ ਕੇ ਤੇ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ। ਭਾਈ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਤੋਂ ਇਹ ਪੁਸਤਕ ਪ੍ਰਾਪਤ ਹੁੰਦੀ ਹੈ ਅਤੇ ਇਸ ਗ੍ਰੰਥ ਵਿੱਚ ਸਰਬਲੋ ਗ੍ਰੰਥ ਦੀ ਉਥਾਨਕਾ ਔਰ ਸਰਬਲੋ ਗ੍ਰੰਥ ਦੇ ਨਾਲ ਜਿੰਨੇ ਵੀ ਸਵਾਲ ਜੁੜੇ ਨੇ ਉਹ ਸਾਰੇ ਸਵਾਲ ਤੇ ਉਹਨਾਂ ਦੇ ਉੱਤਰ ਇਹ ਗ੍ਰੰਥ ਵਿੱਚ ਲਿਖੇ ਨੇ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜ਼ਰੂਰ ਇਹ ਕਿਤਾਬ ਭਾਈ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਤੋਂ ਪ੍ਰਾਪਤ ਕਰਕੇ ਪੜ੍ਹੋ। ਦੇਖੋ ਕਿ ਸਰਬਲੋ ਗ੍ਰੰਥ ਵਿੱਚ ਕਲਗੀਧਰ ਨੇ ਕਿੱਡੀਆਂ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਐਸਾ ਇਹ ਮਹਾਨ ਗ੍ਰੰਥ ਹੈ। ਔਰ ਗਿਆਨੀ ਸਿੰਘ ਉਹ ਜਿਹੜੇ ਪ੍ਰਸੰਗ ਨੇ ਉਹਨਾਂ ਦਾ ਟੀਕਾ ਕੀਤਾ ਹੈ ਸੁਖੈਨ ਰੂਪ ਵਿੱਚ, ਤੇ ਉਹ ਇਹਨੂੰ ਲੈ ਕੇ ਕਥਾ ਵੀ ਕਰ। ਮੈਂ ਤੇ ਸਮਝਦਾ ਏ ਕਿ ਜੋ ਪ੍ਰਾਚੀਨ ਪੰਥ ਪ੍ਰਕਾਸ਼ ਹੈ ਉਹਦਾ ਮੂਲ ਇਹ ਹੈ। ਇਸ ਗ੍ਰੰਥ ਦੇ ਵਿੱਚ ਇਹ ਜੋ ਖਾਲਸਾ ਪੰਥ ਪ੍ਰਕਾਸ਼ ਹੈ ਇਹਦੇ ਵਿੱਚ ਇਹ ਵੀ ਗੱਲ ਅਸਾਂ ਨੇ ਬੜੇ ਵਿਸਥਾਰ ਦੇ ਨਾਲ ਲਿਖੀ ਹੈ ਕਿ ਪੰਥ ਪ੍ਰਕਾਸ਼ ਜਿਹੜਾ ਸ਼ਬਦ ਹੈ ਇਹ ਵੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਆਇਆ ਹੈ। ਜੇ ਰਤਨ ਸਿੰਘ ਭੰਗੂ ਜੀ ਦੇ ਦਿਮਾਗ 'ਚ ਆਇਆ ਪੰਥ ਪ੍ਰਕਾਸ਼ ਸ਼ਬਦ ਵੀ ਪੰਥ ਪ੍ਰਗਟ ਕਿਵੇਂ ਹੋਇਆ, ਤਾਂ ਮਹਾਰਾਜ ਨੇ ਇਤ ਸ੍ਰੀ ਪੰਥ ਪ੍ਰਕਾਸ਼ ਸੁਭ ਬੰਸ ਸਤਿਗੁਰ ਪਾਤਸ਼ਾਹੀ ਦਸਕ ਵਰਨਨੰ ਸੁਭੰ ਇਹ ਸਰਬਲੋ ਗ੍ਰੰਥ ਵਿੱਚ ਲਿਖਿਆ ਹੈ ਪੰਥ ਪ੍ਰਕਾਸ਼ ਸ਼ਬਦ। ਅਤੇ
ਫਿਰ ਤਤ ਖਾਲਸਾ ਸ਼ਬਦ ਆਇਆ, ਬੰਦਈ ਖਾਲਸਾ ਤੇ ਤਤ ਖਾਲਸਾ। ਸੋਧ ਸੁਧਾਰ ਵਰਨ ਆਸ਼ਰਮ ਕੋ ਮੱਥ ਕਰ ਤਤ ਖਾਲਸੇ ਬੰਤੇ। ਜਿਹੜਾ ਤਤ ਖਾਲਸਾ ਸ਼ਬਦ ਸੀ ਉਹ ਵੀ ਖਾਲਸੇ ਨੇ ਸਰਬਲੋ ਪ੍ਰਕਾਸ਼ ਗ੍ਰੰਥ ਚੋਂ ਲਿਆ। ਫਿਰ ਧਰਮ ਯੁੱਧ ਸ਼ਬਦ ਆਇਆ, ਭੂਸੁਰ ਗੋ ਦਰੋਹੀ ਜੇ ਦੁਸ਼ਟਨ ਧਰਮ ਯੁੱਧ ਕਰ ਅਸਰ ਦਲੰਤੇ। ਧਰਮ ਯੁੱਧ ਸ਼ਬਦ ਵੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚੋਂ ਹੀ ਖਾਲਸੇ ਨੇ ਲਿਆ ਹੈ। ਫਿਰ ਨਿਹੰਗ ਸਿੰਘਾਂ ਦੇ ਵਿੱਚ ਚੱਕਰਵਰਤੀ ਸ਼ਬਦ ਆਉਂਦਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਥੇ ਦੇ ਪਿੱਛੇ ਲਿਖਿਆ ਜਾਂਦਾ ਸੀ ਚੱਕਰਵਰਤੀ ਜਥਾ। ਚੱਕਰਵੈ ਪਦ ਦਾਤ ਧੁਰ ਪਾਇਓ ਧਰਮਰਾਜ ਪੁੰਚਿਤ ਗਿਰਵਰ ਕੋ। ਇਹ ਲਫ਼ਜ਼ ਵੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚੋਂ ਹੀ ਲੈ ਕੇ ਤੇ ਖਾਲਸੇ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਪ੍ਰਯੋਗ ਕਰਨੇ ਸ਼ੁਰੂ ਕੀਤੇ। ਸੋ ਇਸ ਵਾਸਤੇ ਜੋ ਇਹ ਸਰਬਲੋ ਗ੍ਰੰਥ ਹੈ ਇਹ ਮਹਾਰਾਜ ਕਲਗੀਧਰ ਦੀ ਰਚਨਾ ਹੈ। ਸਰਬਲੋ ਅਕਾਲ ਪੁਰਖ ਨੇ ਲੋਹੇ ਦਾ ਸਰੀਰ ਧਾਰਿਆ ਤੇ ਤਾਂ ਹੀ ਮਹਾਰਾਜ ਨੇ ਲੋਹੇ ਦੇ ਬਾਟੇ ਦਿੱਤੇ ਨੇ, ਲੋਹੇ ਦੇ ਬਰਤਨ ਦਿੱਤੇ ਨੇ, ਲੋਹੇ ਦੇ ਬਰਤਨਾਂ ਵਿੱਚ ਖਾਣਾ, ਲੋਹੇ ਦੇ ਸ਼ਸਤਰ ਆਪਣੇ ਕੋਲ ਰੱਖਣੇ। ਹਾਂਜੀ, ਮਹਾ ਲੋ ਮੈਂ ਕਿੰਕਰ। ਜੋ ਆਪਾਂ ਪੜ੍ਹਦੇ ਹਾਂ ਰਹਿ ਰਾਸ ਵਿੱਚ ਮਹਾ ਲੋ, ਉਹ ਕੌਣ ਹੈ? ਸਰਬਲੋ ਹੀ ਹੈ। ਇਸ ਲਈ ਸਰਬਲੋ ਗ੍ਰੰਥ ਕਲਗੀਧਰ ਪਾਤਸ਼ਾਹ ਦੀ ਅਜੀਮ ਰਚਨਾ ਹੈ। ਦੂਸਰਾ, ਮੈਂ ਬੇਅਦਬੀ ਦੇ ਮਸਲੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ 400-500 ਵਾਰ ਬੇਅਦਬੀ ਹੋ ਚੁੱਕੀ ਹੈ। ਥਾਂ ਥਾਂ ਦੇ ਉੱਪਰ ਸਰਕਾਰਾਂ ਕੋਲ ਗਏ, ਬੜੇ ਬੜੇ ਧਰਨੇ ਵੀ ਲਾਏ, ਬਰਗਾੜੀ ਦਾ ਮੋਰਚਾ ਵੀ ਲੱਗਾ, ਪਰ ਕੁਝ ਸਾਡੀ ਝੋਲੀ ਵਿੱਚ ਨਹੀਂ ਪਿਆ। ਤੇ ਆਮ ਲੋਕ ਕਹਿੰਦੇ ਸੀ ਜਿਹੜੀ ਇਹ ਨਿਹੰਗ ਕੌਮ ਹੈ ਇਹ ਸੁੱਖੇ ਨਾਲ ਰੱਜਦੇ ਆ, ਇਹ ਬੱਕਰੇ ਖਾਣ ਵਾਲੇ ਆ, ਇਹ ਕਰਦੇ ਕੁਛ ਨਹੀਂ। ਆਮ ਤੇ ਦਾਤੀ ਨੂੰ ਇੱਕ ਬੰਨੇ ਹੁੰਦੇ ਆ ਨਾ, ਦੰਦੇ ਲੋਕਾਂ ਨੂੰ ਦੋਨੋਂ ਬੰਦੇ ਆ। ਜੇ ਸਿੰਘੂ ਬਾਰਡਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਤੇ ਲੋਕਾਂ ਨੇ ਕਹਿਣਾ ਅਸੀਂ ਸੁੱਖੇ ਨਾਲ ਰੱਜੇ ਆ, ਮਹਾਰਾਜ ਵੀ ਨਹੀਂ ਸਾਂਭ ਸਕਦੇ। ਤੇ ਜੇ ਉਹਨਾਂ ਨੇ ਯੋਗ ਕਾਰਵਾਈ ਕੀਤੀ ਹੈ ਤਾਂ ਹੁਣ ਕਹਿੰਦੇ ਸਬੂਤ ਲਿਆਓ। ਇਹ ਲੋਕਾਂ ਦਾ ਹਾਲ ਹੈ। ਸੋ ਇਹ ਗੁਰੂ ਕਾ ਪੰਥ ਖਾਲਸਾ ਹੈ, ਸਦਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਸੋ ਮੈਂ ਸਮਝਦਾ ਹਾਂ ਵੀ ਬੜੀ ਹਾਸੋਹੀਣੀ ਜੀ ਗੱਲ ਕੀਤੀ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ, ਬੜੇ ਉੱਘੇ ਵਿਦਵਾਨ ਨੇ, ਪਰ ਗੱਲ ਉਹਨਾਂ ਨੇ ਬੜੀ ਸੋਚੀ, ਛੋਟੀ ਜੀ ਸੋਚ ਲੈ ਕੇ ਤੇ ਉਹਨਾਂ ਨੇ ਗੱਲ ਕੀਤੀ ਜੀ ਉਹਦੇ ਸਰਬਲੋ ਪੋਥੀ ਸੀ। ਅੱਛਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਤੇ ਸਰਬਲੋ ਨੂੰ ਪਾੜ ਦੇਣਾ ਚਾਹੀਦਾ ਹੈ, ਦਸਮ ਨੂੰ ਪਾੜ ਦੇਣਾ ਚਾਹੀਦਾ। ਇਹਦਾ ਭਾਵ ਤੇ ਇਹੀ ਹੈ ਨਾ, ਪਾਕੇ ਕੁਰਾਨ ਸ਼ਰੀਫ ਨੂੰ ਪਾੜ ਕੇ ਸੁੱਟ ਦਿਓ, ਭਗਵਤ ਗੀਤਾ ਨੂੰ, 4 ਵੇਦਾਂ ਨੂੰ ਪਾੜ ਕੇ ਸੁੱਟ ਦਿਓ। ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਮਦਈ ਨਹੀਂ, ਗੁਰੂ ਕਾ ਪੰਥ ਖਾਲਸਾ ਹਰੇਕ ਧਾਰਮਿਕ ਗ੍ਰੰਥ ਦਾ ਮਦਈ ਹੈ, ਕੱਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਹੈ। ਜੇ ਕੋਈ ਭਾਗਵਤ ਗੀਤਾ ਦੀ ਬੇਅਦਬੀ ਕਰੇਗਾ ਤੇ ਗੁਰੂ ਕਾ ਪੰਥ ਖਾਲਸਾ ਉੱਥੇ ਵੀ ਡਟ ਕੇ ਖੜਾ ਹੋਵੇਗਾ, ਉਹ ਵੀ ਸਾਡੇ ਧਾਰਮਿਕ ਗ੍ਰੰਥ ਨੇ। ਜੇ 4 ਵੇਦਾਂ ਨੂੰ ਕੋਈ ਰੋਲੇਗਾ ਨਾ, ਅਸੀਂ ਉੱਥੇ ਵੀ ਖੜੇ ਹੋਵਾਂਗੇ। ਇਹ ਸਾਨੂੰ ਮਹਾਰਾਜ ਸਾਹਿਬ ਜੀ ਨੇ ਇਹ ਜਜ਼ਬਾਤ ਬਖਸ਼ਿਆ ਹੈ। ਗੋ ਦਰੋਹੀ ਤੁਰਕ ਜਿਹੜੇ ਸੀ ਗਊ ਨੂੰ ਮਾਰਦੇ ਸੀ ਤੇ ਗੁਰੂ ਕੇ ਪੰਥ ਖਾਲਸੇ ਨੇ ਉਹਦੀ ਰੱਖਿਆ ਕਰਨੀ ਸ਼ੁਰੂ ਕੀਤੀ, ਧਰਮ ਯੁੱਧ ਕੀਤਾ। ਜਨੇਊ ਸਾਡਾ ਨਹੀਂ ਸੀ, ਉਹ ਪੰਡਤਾਂ ਦਾ ਸੀ, ਪਰ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਦਿੱਤੀ ਹੈ। ਜ਼ੁਲਮ ਹੋਵੇ, ਭਾਵੇਂ ਬਾਈਬਲ ਤੇ ਹੋਵੇ, ਭਾਵੇਂ ਪਾਕੇ ਕੁਰਾਨ ਸ਼ਰੀਫ ਤੇ ਹੋਵੇ, ਭਾਵੇਂ 4 ਵੇਦਾਂ ਉੱਪਰ ਹੋਵੇ, ਤੇ ਭਾਵੇਂ ਕਿਸੇ ਗਰੀਬ ਤੇ ਹੋਵੇ, ਤੇ ਭਾਵੇਂ ਸਾਡੇ ਧਾਰਮਿਕ ਗ੍ਰੰਥ, ਇਤਿਹਾਸਕ ਗ੍ਰੰਥ ਉਹਨਾਂ ਤੇ ਹੋਵੇ, ਜਾਂ ਸਾਡੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ, ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ। ਗੱਲ ਇਹ ਨਹੀਂ ਹੈ ਵੀ ਸਰਬਲੋ ਦੀ ਬੇਅਦਬੀ ਹੋ ਗਈ, ਜਾਂ 10ਵੇਂ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਹੋ ਗਈ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਬੇਅਦਬੀ ਤੇ ਬੇਅਦਬੀ ਹੈ, ਦਾੜੀ ਤੇ ਦਾੜੀ ਹੈ। ਭਾਵੇਂ ਕਿਸੇ ਮਹਾਂਪੁਰਖ ਦੀ ਪੁੱਟ ਦਿੱਤੀ ਤੇ ਭਾਵੇਂ ਕਿਸੇ ਗਰੀਬ ਸਿੱਖ ਦੀ ਪੁੱਟ ਦਿੱਤੀ, ਭਾਵੇਂ ਗਿਆਨੀ ਦੀ ਪੁੱਟ ਦਿੱਤੀ, ਦਾੜੀ ਤੇ ਦਾੜੀ ਹੈ, ਪੱਗ ਤੇ ਪੱਗ ਹੀ ਹੈ। ਭਾਵੇਂ ਅਮੀਰ ਬੰਦੇ ਦੀ ਹੈ ਤੇ ਭਾਵੇਂ ਗਰੀਬ ਦੀ ਹੈ, ਪੱਗ ਤੇ ਪੱਗ ਹੀ ਹੈ, ਇੱਜ਼ਤ ਤੇ ਇੱਜ਼ਤ ਹੀ ਹੈ। ਇਸ ਵਾਸਤੇ ਕੋਈ ਵੀ ਗ੍ਰੰਥ ਹੋਵੇ ਅਸੀਂ ਮਦਈ ਹੈ। ਬਾਕੀ ਨਿਹੰਗ ਸਿੰਘ ਸੰਪਰਦਾਵਾਂ ਵਿੱਚ ਆਦ, ਦਸਮ ਤੇ ਸਰਬਲੋ ਗੁਰਬਾਣੀ, ਤਿੰਨਾਂ ਨੂੰ ਇੱਕ ਰੂਪ ਕਰਕੇ ਅਸੀਂ ਸਮਝਦੇ ਹਾਂ। ਕੋਈ ਸਮਝੇ ਨਾ ਸਮਝੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਗੁਰੂ ਹੈ। ਜੇ ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਸਾਹਿਬ ਗੁਰੂ ਹੈ ਤੇ 10ਵੇਂ ਪਾਤਸ਼ਾਹ ਦਾ ਜਾਪ ਸਾਹਿਬ ਵੀ ਗੁਰੂ ਹੈ, ਤੇ ਖਾਲਸੇ ਦਾ ਸਤੋਤਰ ਖਾਲਸਾ ਮੇਰਾ ਰੂਪ ਹੈ ਖਾਸ, ਇਹ ਵੀ ਗੁਰੂ ਹੈ। ਅਸੀਂ 10 ਪਾਤਸ਼ਾਹੀਆਂ ਨੂੰ ਇੱਕ ਰੂਪ ਕਰਕੇ ਜਾਣਦੇ
ਤੇ ਇੱਕ ਰੂਪ ਜਾਣ ਕੇ ਪੂਜਦੇ ਹਾਂ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਯੋਗ ਸਜ਼ਾ ਗੁਰੂ ਕੇ ਪੰਥ ਖਾਲਸੇ ਨੇ ਦਿੱਤੀ ਹੈ। ਉਹਨਾਂ ਨੂੰ ਮਹਾਰਾਜ ਨੇ ਉਦਮ ਤੇ ਉਤਸ਼ਾਹ ਬਖਸ਼ਿਆ ਹੈ। ਸਾਨੂੰ ਤੇ ਖੁਸ਼ੀ ਕਰਨੀ ਚਾਹੀਦੀ ਹੈ ਤੇ ਨਾਲੇ ਅਰਦਾਸ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਆਪ ਜੀ ਨੇ ਬੁਝੀ ਹੋਈ ਅਣਖ ਗੈਰਤ ਦੀ ਜੋਤ ਗੁਰੂ ਕੇ ਸਿੱਖਾਂ 'ਚ ਜਗਾਈ ਹੈ। ਅਸੀਂ ਕਾਸੇ ਜੋਗੇ ਨਹੀਂ ਹੈ ਤੇ ਸਾਡਾ ਇਹ ਵੀ ਨਹੀਂ ਹੈ ਵੀ ਅਸੀਂ ਦੂਜੇ ਤੇ ਉਟੰਗਣ ਕਰੀਏ। ਬਾਕੀ ਉਹ ਬਾਗੀ ਨਹੀਂ ਹੋਏ, ਉਹਨਾਂ ਨੇ ਆਪਣੇ ਆਪ ਨੂੰ ਲੁਕਾਇਆ ਨਹੀਂ ਵੀ ਅਸਾਂ ਨੇ ਨਹੀਂ ਵੱਢਿਆ, ਉਹਨਾਂ ਨੇ ਅਨਸੂਚਿਤ ਨਹੀਂ ਕੀਤਾ ਵੀ ਕੌਣ ਕਰ ਗਿਆ ਕੌਣ ਨਹੀਂ। ਉਹਨਾਂ ਨੇ ਗ੍ਰਿਫਤਾਰੀ ਦਿੱਤੀ ਹੈ, ਗੱਜ ਕੇ ਕਿਹਾ ਹੈ। ਮਹਾਂਪੁਰਖ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦੇ ਵੇਲੇ ਇੱਕ ਜਥੇਦਾਰ ਸਿੰਘ ਸਾਹਿਬਾਨ ਹੋਏ ਨੇ ਤਰਨਾ ਦਲ ਮਿਸਲ ਸ਼ਹੀਦਾਂ ਦੇ। ਤਾਂ ਇੱਕ ਵਾਰ ਸਟੇਜ ਲੱਗੀ ਸੀ ਤੇ ਉੱਥੇ ਇੱਕ ਨੇ ਕਿਹਾ ਜੀ ਮੈਂ ਨਹੀਂ ਕਲਗੀਧਰ ਨੂੰ ਮੰਨਦਾ, ਮੈਂ ਨਹੀਂ ਮੰਨਦਾ ਤਲਵਾਰ ਨੂੰ ਨਿਹੰਗ ਤੇ ਐਵੇਂ ਲੀੜੇ ਪਾਈ ਫਿਰਦੇ ਆ। ਉਹ ਜਥੇਦਾਰ ਸਟੇਜ ਤੇ ਚੜ੍ਹ ਗਏ ਤੇ ਉਹ ਕਹਿਣ ਲੱਗੇ ਤੂੰ ਨਹੀਂ ਮੰਨਦਾ ਕਲਗੀਧਰ ਨੂੰ, ਤੈਨੂੰ ਦਿਖਾਈਏ ਕਲਗੀਧਰ ਪਾਤਸ਼ਾਹ ਜੀ ਦੀ ਭਗਉਤੀ। ਉਹ ਕਹਿੰਦਾ ਦਿਖਾਓ। ਜਦੋਂ ਉਹਨੇ ਸੱਚੇ ਪਾਤਸ਼ਾਹ ਜੀ ਦੇ ਬਾਰੇ ਬੜਾ ਬੁਰਾ ਭਲਾ ਬੋਲਿਆ ਤਾਂ ਉਹ ਗੁਰੂ ਕੇ ਸਿੱਖ ਨੇ ਤਲਵਾਰ ਕੱਢੀ, ਉਹਦਾ ਸੀਸ ਝਟਕ ਦਿੱਤਾ। ਗ੍ਰਿਫਤਾਰੀ ਹੋਈ। ਜੱਜ ਨੂੰ ਪਤਾ ਲੱਗਾ ਵੀ ਗੁਰੂ ਦੀ ਨਿੰਦਿਆ ਕਰਦਾ ਸੀ ਤੇ ਇਹਨਾਂ ਨੇ ਇਹ ਕਦਮ ਤਾਂ ਉਠਾਇਆ ਹੈ। ਜੱਜ ਨੇ ਕਿਹਾ ਵੀ ਤੂੰ ਕਹਿ ਦੇ ਮੈਂ ਨਹੀਂ ਇਹ ਕੰਮ ਕੀਤਾ। ਉਹ ਕਹਿਣ ਲੱਗਾ ਨਹੀਂ ਮੈਂ ਇਹ ਨਹੀਂ ਕਵਾਂਗਾ। ਗੁਰ ਕੀ ਨਿੰਦਾ ਸੁਣੈ ਕਾਨ ਤਿਸਕੋ ਭੇਡ ਸੰਕਰ ਪਾਨ। ਗੁਰੂ ਵਾਸਤੇ ਕੀਤਾ ਤੇ ਕੀਤਾ, ਗੁਰੂ ਵਾਸਤੇ ਵੱਜ ਜਾਈਏ, ਗੁਰੂ ਵਾਸਤੇ ਨਰਕਾਂ 'ਚ ਚਲੇ ਜਾਈਏ। ਗੁਰੂ ਤੇ ਗੁਰੂ ਹੈ। ਉਹਨਾਂ ਨੇ 20 ਸਾਲ ਸਜ਼ਾ ਕੱਟੀ। ਉਹਨਾਂ ਨੇ ਕਿਹਾ ਮੈਂ ਗੁਰੂ ਵਾਸਤੇ ਇਹ ਕਰਮ ਕੀਤਾ ਹੈ, ਮੈਂ ਇਹ ਜ਼ਿੰਦਗੀ ਗੁਰੂ ਵਾਸਤੇ ਲਾਈ। ਇਸ ਵਾਸਤੇ ਜਿੱਥੇ ਉਹਨਾਂ ਨੇ ਕਾਨੂੰਨੀ ਕਾਰਵਾਈ ਦੀ ਲੋੜ ਸੀ ਉਹ ਕਾਨੂੰਨੀ ਕਾਰਵਾਈ ਵੀ ਨਿਹੰਗ ਸਿੰਘਾਂ ਨੇ ਆਪਣੇ ਉੱਪਰ ਕਰਾਈ ਹੈ ਤੇ ਜਿੱਥੇ ਉਹਨਾਂ ਨੇ ਗੁਰੂ ਦੇ ਸ਼ਰਧਾ, ਗੁਰੂ ਦਾ ਵਿਸ਼ਵਾਸ, ਗੁਰੂ ਦੀ ਭਗਤੀ ਦੀ ਗੱਲ ਸੀ ਉੱਥੇ ਉਹਨਾਂ ਨੇ ਉਹ ਭਗਤੀ ਵੀ ਵਿਖਾਈ ਹੈ। ਇਸ ਵਾਸਤੇ ਆਪਾਂ ਆਪ ਤੇ ਕੁਝ ਕਰਨ ਜੋਗੇ ਨਹੀਂ ਤੇ ਦੂਜੇ ਉੱਤੇ ਵੀ ਐਵੇਂ ਉਟੰਗਣ ਨਾ ਉਠਾਈਏ। ਬੜੇ ਉੱਘੇ ਵਿਦਵਾਨ ਨੇ, ਸਤਿਕਾਰਯੋਗ ਨੇ ਭਾਈ ਰਣਜੀਤ ਸਿੰਘ ਜੀ, ਪਰ ਇਹੋ ਜਿਹੀਆਂ ਛੋਟੀਆਂ ਗੱਲਾਂ ਕਰਕੇ ਆਪਣੀ ਬੁੱਧੀ ਦਾ ਜਨਾਜ਼ਾ ਨਹੀਂ ਕੱਢਣਾ ਚਾਹੀਦਾ। ਤੇ ਨਾ ਹੀ ਸਰਬਲੋ ਵਰਗਾ ਐਸਾ ਜੋ ਸ਼ਾਸਤਰ ਹੈ ਇਹਦੇ ਵਿੱਚ 300 ਰਾਗ ਤੇ 52 ਭਾਸ਼ਾ ਮਹਾਰਾਜ ਸਾਹਿਬ ਜੀ ਨੇ ਇਸ ਗ੍ਰੰਥ ਵਿੱਚ ਵਰਤੀਆਂ ਨੇ। ਐਸਾ ਮਹਾਨ ਸਾਹਿਤ ਦਾ ਵੱਡਾ ਖਜ਼ਾਨਾ ਹੈ। ਐਸੇ ਅਨਮੋਲ ਗ੍ਰੰਥ ਬਾਰੇ ਇਹੋ ਜਿਹੀ ਪੁੱਠੀ ਸਿੱਧੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਸੋ ਇੰਨੀਆਂ ਬੇਨਤੀਆਂ ਮੈਂ ਕਰਦਾ, ਖਿਮਾ ਦਾ ਜਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।